किसान वीरों ते भैनों जय हिंद लैके हाजिर हाँ तुहाडा अपना प्रोग्राम मेरा पिंड मेरे खेत। जिवें तुसीं जानदे ही हो कि असी वख-वख दिनां च वख-वख विषयां ते वख-वख मारां नाल गलबात करदे ही रहने आ। अज भी असी जी मिठा सिंह जी महाराज जी ओ बल्ले 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 गुलाटी साहब जी जय हिंद जी जय हिंद। वाह 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 जय हिंद डॉक्टर साहब आजो 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 इधर आओ डॉक्टर साहब इधर आओ। आ लाओ जरा पहले ला क्या बात है क्या डॉक्टर साहब आजो जी। हां ਤੁਸੀਂ ਵਧੀਆ ਕੀਤਾ ਜੀ ले मिठा सिंह जी बैठो ਵਧੀਆ बैठो ਕੀਤਾ ਜੀ ਤੁਸੀਂ। बैठो जी गुलाटी साहब जी ਬੱਲੇ 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 ਵਾਹ। ਇਹੋ ਜਿਹੇ ਇੰਤਜ਼ਾਮ ਜੇ ਆਪਾਂ ਸਾਰੇ ਕਰੀਏ ਮਿਠਾ ਸਿੰਘ ਜੀ ਤੇ ਕਰੋਨਾ ਦੀ ਜ਼ਰੂਰਤ ਕੀ ਸਾਨੂੰ ਤੰਗ ਕਰ ਸਕੇ। ਆਹ ਗੱਲ ਬਿਲਕੁਲ ਸਹੀ ਹੈ। ਲੱਖ ਰੁਪਏ ਦੀ ਗੱਲ ਹੈ ਕਿਉਂ ਡਾਕਟਰ ਸਾਹਿਬ ਜੀ। ਬਿਲਕੁਲ ਜੀ ਬਿਲकुल। ਦੇਖੋ ਮੈਂ ਅੱਗੇ ਵੀ ਗੱਲ ਕਰਦਾ ਹੁੰਨਾ ਵੀ ਆਹ ਦਰਵਾਜ਼ੇ ਚੋਂ ਅੰਦਰ ਆ ਕੇ ਮੈਂ ਮਾਸਕ ਲਾ ਦਿੰਨਾ ਪਰ ਇਹ ਦਰਵਾਜ਼ੇ ਤੋਂ ਜਦੋਂ ਬਾਹਰ ਜਾਣਾ ਮਾਸਕ ਪਾ ਕੇ। ਮੈਂ ਵੀ ਮਾਸਕ ਪਾਇਆ ਸੀਗਾ ਅੱਛਾ ਜਦੋਂ ਬੈਠਕ 'ਚ ਵੜੇ ਆ ਹਾਂ। ਮਾਸਕ ਲਾਤਾ ਵੀ ਠੀਕ ਆ ਘਰ ਆ ਗਏ ਹੁਣ ਚੰਗੀ ਤੇ ਗੱਲ ਉੱਤੋਂ ਤੁਸੀਂ ਆਹ ਇੰਤਜ਼ਾਮ ਕੀਤਾ ਤੇ ਇਹ ਤੇ ਮੈਂ ਜੀ ਪੂਰੇ ਵਿਹੜੇ 'ਚ ਹੀ ਮਨ ਛਿੜਕਦਾ। ਖੁਸ਼ ਹੋ ਗਿਆ ਬਹੁਤ ਵਧੀਆ ਪੂਰੇ ਛਿੜੇ ਆਹ ਡਾਕਟਰ ਸਾਹਿਬ ਕਿੱਥੇ ਮਿਲੇ। ਬਿਲਕੁਲ ਜੀ ਬਚਤ ਜੀ ਬਚਾ ਜੇ ਡਾਕਟਰ ਬਚਤ ਸਾਹਿਬ ਰੱਖਾਂਗੇ ਮੈਂ ਤਾਂ ਹੀ ਆਉਂਦਿਆ ਬਚਾ ਸੀ ਰਹਿਣਾ। ਮੈਂ ਆ ਰਿਹਾ ਸੀਗਾ ਅੱਛਾ ਤੇ ਡਾਕਟਰ ਸਾਹਿਬ ਪੁੱਛਣ ਦੇ ਸੀ ਪਤਾ ਅੱਛਾ ਮੈਂ ਕਿਹਾ ਆਓ ਨਾਲ ਚੱਲੋ ਮੇਰੇ ਅੱਛਾ 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 ਡਾਕਟਰ ਸਾਹਿਬ ਪਹਿਲੀ ਵਾਰੀ ਆਏ ਆ ਨਾ। ਪਹਿਲੀ ਵਾਰੀ ਆਏ। ਹਾਂ ਦੇਖੋ ਜੀ ਗੱਲ ਇਹ ਆ ਕਿ ਜਿਵੇਂ ਅਸੀਂ ਗੱਲਾਂ ਕਰਦੇ ਰਹਿੰਦੇ ਆ ਬਈ ਡਾਕਟਰ ਸਾਹਿਬ ਅਸੀਂ ਅਕਸਰ ਸਾਦੇ ਰਹਿੰਦੇ ਆ ਇਹਨਾਂ ਨੂੰ ਜੀ ਜੀ ਹੈ ਨਾ। ਇਹ ਡਾਕਟਰ ਬਲਵਿੰਦਰ ਸਿੰਘ ਜੀ ਹਾਂ ਬਲਿੰਦਰ ਸਿੰਘ ਹੈ ਇਹ ਡੇਰੀ ਵਿਭਾਗ ਹੈ ਨਾ ਆਪਣੇ ਪੰਜਾਬ ਹਾਂ ਬਿਲਕੁਲ ਜੀ ਬਿਲਕੁਲ ਹੈ ਨਾ ਡਿਪਟੀ ਡਾਇਰੈਕਟਰ ਆ ਉੱਥੇ ਆਹ ਲੁਧਿਆਣੇ ਆਪਣੀਆਂ ਸੇਵਾਵਾਂ ਨਿਭਾ ਰਹੇ ਆ ਜ਼ਿਲ੍ਹੇ ਦੇ ਇੰਚਾਰਜ ਨੇ ਜੀ ਹਾਂ ਇਹਨਾਂ ਨਾਲ ਗੱਲਬਾਤ ਕਰਦੇ ਆ। ਤੁਸੀਂ ਸੁਣਾਓ। ਬਹੁਤ ਵਧੀਆ ਮਿਠਾ ਸਿੰਘ ਜੀ। ਉਹ ਮੇਰੀ ਨਾ ਘਰੋਂ ਇੱਕ ਜਣ ਕਹਿੰਦੇ ਅੱਛਾ ਹਾਂਜੀ ਮੈਂ ਅੱਜ ਸਰਪੰਚ ਤੇ ਘਰ ਜਾਣਾ। ਮੈਂ ਕਿਹਾ ਕੋਈ ਗੱਲ ਨਹੀਂ ਜਾਓ ਪਰ ਕਾਰਨ ਕੀ ਆ। ਅੱਜ ਉੱਥੇ ਅੱਜ ਸਾਡੀ ਕਲਾਸ ਲੱਗਣੀ ਆ। ਮੈਂ ਕਿਹਾ ਤੁਹਾਡੀ ਕਿਹੜੀ ਕਲਾਸ ਲੱਗਣੀ ਆ। ਆਂਦੇ ਨਹੀਂ ਉਹ ਖੇਤੀਬਾੜੀ ਵਿਭਾਗ ਵਾਲਿਆਂ ਨੇ ਨਾ ਕੋਈ ਆਪਣਾ ਟੈਲੀਵਿਜ਼ਨ ਦੇ ਵਿੱਚ ਸਿਖਲਾਈ ਦੇਣੀ ਆ ਜੀ 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 ਤੇ ਉਹ ਮੈਂ ਉੱਥੇ ਜਾਣਾ ਦੇਖਣ। ਮਿਠਾ ਸਿੰਘ ਜੀ ਤੁਸੀਂ ਬਿਲਕੁਲ ਉਹ ਗੱਲ ਉਹਨਾਂ ਨੇ ਸਹੀ ਕਹੀ ਏ। ਸਮੱਸਿਆ ਇਹ ਕਿ ਕਰੋਨਾ ਵਾਇਰਸ ਕਰਕੇ ਆਪਾਂ ਇਕੱਠ ਤੇ ਹੋ ਨਹੀਂ ਸਕਦਾ ਜੀ ਜੀ ਤੇ ਹੁਣ ਇਹ ਜਿਹੜੀ ਤਕਨੀਕ ਏ ਜਿਹਨੂੰ ਆਪਾਂ ਵੱਖ-ਵੱਖ ਤਰੀਕਿਆਂ ਦੇ ਜ਼ਰੀਏ ਕੰਪਿਊਟਰ ਦੇ ਜੀ, ਜ਼ਰੀਏ ਜੀ। ਆਪਾਂ ਆਪਣੇ ਸੁਨੇਹੇ ਕਿਸਾਨਾਂ ਤੱਕ ਪਹੁੰਚਾ ਸਕਨੇ ਆ। ਹਾਂ, ਹਾਂ, ਸੋ ਇਹ ਇੱਕ ਢੰਗ ਤਰੀਕਾ ਮਹਿਕਮੇ ਨੇ ਅਪਣਾਇਆ। ਮੇਰੇ ਖਿਆਲ ਇਹ ਆਪਾਂ ਨੂੰ ਅਪਣਾਉਣ ਦੇ ਨਾਲ ਤੁਸੀਂ ਬੜੀ ਸੋਹਣੀ ਗੱਲ ਕੀਤੀ ਕਿ ਕਿਸਾਨ ਬੀਬੀਆਂ ਬੀਬੀਆਂ ਔਰ ਬੀਬੀਆਂ ਵੀ ਜਦੋਂ ਅੱਗੇ ਵੱਧ ਕੇ ਅਜਿਹੀ ਸੋਚ ਨੂੰ ਨਿਖਾਰ ਰਹੀਆਂ ਹਾਂ। ਅਪਣਾ ਰਹੀਆਂ ਤੇ ਫਿਰ ਤਰੱਕੀ ਦੀ ਗੁੰਜਾਇਸ਼ ਪੂਰੀ ਹੈ ਮਿਠਾ ਸਿੰਘ ਜੀ। ਉਹ ਮੈਂ ਕਿਹਾ ਜੀ ਦੇਖੋ ਅੱਜ ਕੱਲ ਜਵਾਕ ਵੀ ਇਦਾਂ ਹੀ ਪੜ੍ਹਦੇ ਕਲਾਸਾਂ ਲੱਗਦੀਆਂ ਉਹਨਾਂ ਦੀਆਂ। ਸਾਡੇ ਨਿੱਕੇ ਨਿਆਣੇ ਹੁਣ ਹੈ ਜੀ, ਨਹੀਂ ਜੀ। ਵੱਡੇ ਆ ਸਾਰੇ ਇਸ ਕਰਕੇ ਹੁਣ ਉਹ ਸਾਡੀ ਘਰੋਂ ਜਿਹੜੀ ਆ ਉਹ ਜਵਾਕ ਬਣ ਗਈ। ਮੈਂ ਉਹਨੂੰ ਕਿਹਾ ਕੋਈ ਗੱਲ ਨਹੀਂ ਆ ਹੁਣ ਤੂੰ ਜਾ ਆ ਤੇ ਮੈਂ ਤੈਨੂੰ ਘਰੇ ਉਹ ਲਵਾ ਦੂੰਗਾ ਕੀ ਆਂਦੇ ਹੁੰਦੇ ਵਾਈਫਾਈ ਇੰਟਰਨੈਟ ਉਹ ਮੈਂ ਲਵਾ ਦੂੰਗਾ। ਨਾਲੇ ਗੱਲ ਪਤਾ ਕੀ ਹੈ ਜੀ ਜਿੰਨੀ ਸਿਖਲਾਈ ਇਹ ਲੈਣਗੀਆਂ ਜੀ ਜੀ ਉਹਨਾਂ ਵੱਧ ਬੀਬੀਆਂ ਦਾ ਯੋਗਦਾਨ ਹੋਏਗਾ। ਬਿਲਕੁਲ ਮਿਠਾ ਸਿੰਘ ਜੀ ਯੋਗਦਾਨ ਦੀ ਕਮੀ ਨਹੀਂ ਹਾਂ ਪਰ ਜਦੋਂ ਤੁਹਾਡੀ ਗੱਲ ਠੀਕ ਹੈ ਸਿੱਖੇ ਹੋ ਕੇ ਯੋਗਦਾਨ ਦਵਾਂਗੇ ਤੇ ਫਿਰ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਬਹੁਤ 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 ਜ਼ਿਆਦਾ ਤੁਸੀਂ ਵੇਖੋ ਆ ਪਿੰਡਾਂ ਦੇ ਵਿੱਚ ਆਪਣੇ ਸਵੈ ਰੋਜ਼ਗਾਰ ਜਿਹੜੇ ਆ ਬਣੇ ਹੋਏ ਆ ਗਰੁੱਪ ਬਣਾਏ ਹੋਏ ਆ ਇਹ ਉਹਨਾਂ ਨੇ ਸਿਖਲਾਈ ਲੈ ਕੇ ਹੀ ਬਣਾਏ ਆ ਨਾ। ਬਿਲਕੁਲ ਬਿਲਕੁਲ ਖੇਤੀਬਾੜੀ ਦੇ ਨਾਲ ਸੰਬੰਧਿਤ ਆ। ਔਰ ਜਿੰਨੇ ਵੀ ਕੰਮ ਨੇ ਦੇਖੋ ਸਾਡੇ ਪਿੰਡਾਂ 'ਚ ਸੰਭਾਵਨਾਵਾਂ ਦੀ ਕਮੀ ਨਹੀਂ ਮਿਠਾ ਸਿੰਘ ਨਾ ਬਿਲਕੁਲ ਕੰਮ ਬੜੇ ਹੈ ਬਹੁਤ ਔਰ ਜੇ ਅਸੀਂ ਕੰਮ ਕਰਨ ਦੇ ਮਨ ਦੀ ਖਾਹਿਸ਼ ਹੋਵੇ ਤੇ ਸਿਖਲਾਈ ਜਿਹੜੀ ਆਪਾਂ ਲੈ ਸਕਨੇ ਆ ਜੀ, ਜੀ। ਤੇ ਇਹ ਜਿਹੜਾ ਢੰਗ ਤਰੀਕਾ ਅਪਣਾਇਆ ਯੂਨੀਵਰਸਿਟੀ ਵੀ ਬੜੇ ਐਸੇ ਪ੍ਰੋਗਰਾਮ ਚਲਾਉਣ ਡਈ ਹੈ। ਜੀ 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 ਕ੍ਰਿਸ਼ੀ ਵਿਗਿਆਨ ਕੇਂਦਰ ਵੀ ਚਲਾਉਣ ਡਿਆ ਹੈ। ਜੀ ਸੋ ਗੱਲ ਹੈ ਕਿ ਇੱਥੋਂ ਆਪਾਂ ਨੂੰ ਫਾਇਦਾ ਉਠਾਉਣਾ ਚਾਹੀਦਾ। ਬਿਲਕੁਲ ਜੀ ਦੇਖੋ ਫਾਇਦੇ ਸਾਨੂੰ ਸਾਰਿਆਂ ਪਾਸੇ ਲੈਣੇ ਚਾਹੀਦੇ ਆ ਔਰ ਸਿਖਲਾਈ ਜਿਵੇਂ ਤੁਸੀਂ ਦੱਸਿਆ ਆ ਵੀ ਜੇ ਜੀ, ਜੀ। ਸਿਖਲਾਈ ਲਵਾਂਗੇ ਤੇ ਉਸ ਕਿੱਤੇ ਦੇ ਵਿੱਚ ਸਾਨੂੰ ਵੱਧ ਫਾਇਦਾ ਹੋਏਗਾ। ਬਿਲਕੁਲ। ਔਰ ਬੀਬੀਆਂ ਤੇ ਤੁਹਾਨੂੰ ਪਤਾ ਹੀ ਆ ਫਿਰ ਜਿਸ ਕਿੱਤੇ 'ਚ ਹੱਥ ਪਾ ਦੇਣ ਉਹ ਕਿੱਤਾ ਉਤਾਂ ਹੀ ਜਾਂਦਾ। ਸਹੀ ਗੱਲ ਉਹਦੇ 'ਚ ਸਫਲਤਾ ਸਾਨੂੰ ਮਿਲਦੀ ਪੱਕੀ ਮਿਲਦੀ ਹੈ ਜੀ ਪੱਕੀ ਮਿਲਦੀ ਹੈ। ਭਾਅ ਆ ਮੰਡੀਆਂ ਦੇ। ਸੁਣਾ ਦਿਓ ਮਿਠਾ ਸਿੰਘ ਜੀ। ਲਓ ਜੀ ਫਿਰ ਮੰਡੀਆਂ ਦੇ ਭਾਅ ਇਸ ਤਰ੍ਹਾਂ ਆ ਵੀ ਆਲੂ ਅੱਜ ਵਿਕਿਆ ਜਲੰਧਰ 280 ਰੁਪਏ ਕੁਇੰਟਲ, ਅੰਮ੍ਰਿਤਸਰ 400 ਰੁਪਏ, ਮੁਕਤਸਰ 700 ਰੁਪਏ, ਮਲੇਰਕੋਟਲਾ 900 ਤੇ 20 ਰੁਪਏ, ਫਿਰੋਜ਼ਪੁਰ 700 ਰੁਪਏ ਤੇ ਫਾਜ਼ਿਲਕਾ 900 ਰੁਪਏ ਜੀ। ਜੀ ਮਿਠਾ ਸਿੰਘ ਜੀ। ਪਿਆਜ਼ ਅੱਜ ਵਿਕਿਆ ਜੀ ਜਲੰਧਰ 1100 ਰੁਪਏ, ਅੰਮ੍ਰਿਤਸਰ ਵੀ 1100 ਰੁਪਏ ਕੁਇੰਟਲ, ਮੁਕਤਸਰ 1350 ਰੁਪਏ ਭਾਅ ਰਿਹਾ ਜੀ, ਮਲੇਰਕੋਟਲਾ 1600 ਰੁਪਏ ਕੁਇੰਟਲ, ਫਿਰੋਜ਼ਪੁਰ 1400 ਰੁਪਏ ਤੇ ਫਾਜ਼ਿਲਕਾ 1500 ਰੁਪਏ ਕੁਇੰਟਲ ਭਾਅ ਰਿਹਾ ਜੀ। ਟਮਾਟਰ ਅੱਜ ਵਿਕਿਆ ਜੀ ਜਲੰਧਰ 250 ਰੁਪਏ, ਅੰਮ੍ਰਿਤਸਰ 200 ਰੁਪਏ, ਮੁਕਤਸਰ 400 ਰੁਪਏ, ਮਲੇਰਕੋਟਲਾ 700 ਰੁਪਏ, ਫਿਰੋਜ਼ਪੁਰ 350 ਰੁਪਏ ਤੇ ਫਾਜ਼ਿਲਕਾ 600 ਰੁਪਏ ਕੁਇੰਟਲ ਟਮਾਟਰਾਂ ਦਾ ਭਾਅ ਰਿਹਾ।
ਘੀਆ ਅੱਜ ਜਲੰਧਰ ਵਿਕ ਗਿਆ ਜੀ 300 ਰੁਪਏ, ਅੰਮ੍ਰਿਤਸਰ 400 ਰੁਪਏ, ਮੁਕਤਸਰ 600 ਰੁਪਏ, ਮਲੇਰਕੋਟਲਾ 1000 ਰੁਪਏ, ਫਿਰੋਜ਼ਪੁਰ 700 ਰੁਪਏ ਘੀਆ ਵਿਕਿਆ ਜੀ, ਤੇ ਫਾਜ਼ਿਲਕਾ 1000 ਰੁਪਏ ਕੁਇੰਟਲ ਦੇ ਹਿਸਾਬ ਨਾਲ ਘੀਏ ਦਾ ਭਾਅ ਰਿਹਾ ਜੀ। ਭਿੰਡੀ ਅੱਜ ਵਿਕ ਗਈ ਹੈ ਜੀ ਜਲੰਧਰ 1300 ਰੁਪਏ, ਅੰਮ੍ਰਿਤਸਰ 1200 ਰੁਪਏ, ਮੁਕਤਸਰ 1700 ਤੇ 50 ਰੁਪਏ, ਮਲੇਰਕੋਟਲਾ 2000 ਰੁਪਏ, ਫਿਰੋਜ਼ਪੁਰ 1700 ਰੁਪਏ ਤੇ ਫਾਜ਼ਿਲਕਾ 2000 ਰੁਪਏ ਜੀ ਭਿੰਡੀ ਦਾ ਭਾਅ ਭਿੰਡੀ ਦਾ ਭਾਅ ਜੀ। ਇਹ ਤੇ ਸੀ ਜੀ ਮੰਡੀਆਂ ਦੇ ਭਾਅ। ਜੀ ਮਿੰਟਾ ਸਿੰਘ, ਹੁਣ ਆਪਾਂ ਡਾਕਟਰ ਸਾਹਿਬ ਆਏ ਆ ਡੇਅਰੀ ਵਿਭਾਗ ਤੋਂ, ਡੇਅਰੀ ਵਿਕਾਸ ਵਿਭਾਗ। ਡੇਅਰੀ ਵਿਕਾਸ ਵਿਭਾਗ ਜਿਹੜਾ ਆ ਸਾਡਾ, ਤੇ ਡਾਕਟਰ ਸਾਹਿਬ ਨਾਲ ਗੱਲ ਕਰਨੀ ਆਪਾਂ ਪਸ਼ੂਆਂ ਬਾਰੇ, ਆਪਣੇ ਜਿਹੜੇ ਤੁਹਾਨੂੰ ਪਤਾ ਵੀ ਬਹੁਤ ਮਹਿੰਗੀ ਚੀਜ਼ ਆ। ਤੇ ਡਾਕਟਰ ਸਾਹਿਬ ਨਾਲ ਅੱਜ ਮੇਰੀ ਜੱਜ 'ਚ ਗੱਲ ਕਰਦੇ ਆ। ਡਾਕਟਰ ਸਾਹਿਬ, ਪਸ਼ੂਆਂ 'ਚ ਨਸਲ ਸੁਧਾਰ ਤੇ ਇਹਦੀ ਮਹੱਤਤਾ ਕੀ ਆ ਹੈ, ਇਹਦੇ ਬਾਰੇ ਗੱਲਬਾਤ ਕਰਨੀ ਆ। ਕਿਸਾਨ ਵੀਰੋ ਤੇ ਭੈਣੋ, ਜੇ ਤੁਸੀਂ ਵੀ ਸਾਨੂੰ ਕੋਈ ਸਵਾਲ ਕਰਨਾ ਚਾਹੁੰਦੇ ਹੋ ਸਾਡੇ ਅੱਜ ਦੇ ਵਿਸ਼ੇ ਤੇ, ਸਾਡੇ ਕੋਲ ਮਾਹਰ ਡਾਕਟਰ ਸਾਹਿਬ ਬੈਠੇ ਨੇ, ਤੁਸੀਂ ਕਰ ਸਕਦੇ ਹੋ। ਇਹ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ। ਤੇ ਟੈਲੀਫੋਨ ਕਰਕੇ ਸਾਨੂੰ ਸਵਾਲ ਕਰਨਾ ਹੈ। ਸਾਡੇ ਟੈਲੀਫੋਨ ਨੰਬਰ ਹੈ 0181 281 42 61, 0181 281 42 64। ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਤੁਸੀਂ ਸਾਨੂੰ ਸਵਾਲ ਕਰ ਸਕਦੇ ਹੋ। ਡਾਕਟਰ ਸਾਹਿਬ ਜੀ, ਨਸਲ ਸੁਧਾਰ ਹੈ ਜੀ, ਪਸ਼ੂ ਪਾਲਣ ਦਾ ਧੰਦਾ ਸਾਡੇ ਲਈ ਪੁਰਾਣਾ ਕਿੱਤਾ ਹੈ ਸਾਡਾ। ਨਸਲ ਸੁਧਾਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਇਹਦੇ ਤੋਂ ਨਸਲ ਸੁਧਾਰ ਤੋਂ ਤੁਸੀਂ ਕੀ ਮਤਲਬ ਕੀ ਲੈਂਦੇ ਆ, ਕੀ ਭਾਵ ਹੈ? ਇਹ ਤੋਂ ਭਾਵ ਆ ਜੀ ਨਸਲ ਸੁਧਾਰ ਤੋਂ ਕਿ ਜਦੋਂ ਅਸੀਂ ਪਸ਼ੂ ਦੀ ਜੱਦ ਬਦਲ ਕੇ ਜੀ ਉਹਦੇ 'ਚ ਚੰਗੇ ਗੁਣ ਪੈਦਾ ਕਰਦੇ ਹਾਂ, ਜੱਦ ਬਦਲ ਕੇ, ਹਾਂਜੀ ਜੀ ਜੀ, ਉਹਨੂੰ ਅਸੀਂ ਕਹਿੰਦੇ ਹਾਂ ਨਸਲ ਸੁਧਾਰ। ਜਿਵੇਂ ਹੁਣ ਆਪਣੇ ਕਿਸਾਨ ਵੀਰ ਜਾਂਦੇ ਨੇ ਹਰਿਆਣੇ ਦੇ ਵਿੱਚੋਂ 1.5 ਲੱਖ ਦੀ ਮੱਝ ਤਾਂ ਲੈ ਆਉਂਦੇ ਨੇ, ਪਰ ਜਦੋਂ ਇੱਥੇ ਉਹਨੂੰ ਗੱਭਣ ਕਰਾਉਣਾ ਹੁੰਦਾ ਉਦੋਂ ਫਿਰ ਖਿਆਲ ਨਹੀਂ ਰੱਖਦੇ। ਫਿਰ ਜਿਹੜਾ ਪਿੰਡ 'ਚ ਸਾਨ ਮਿਲਿਆ, ਝੋਟਾ ਮਿਲਿਆ, ਉਦੋਂ ਆਸ ਲਵਾ ਲਈ ਤੇ ਜਿਹੜਾ ਬੱਚਾ ਪੈਦਾ ਹੁੰਦਾ ਫਿਰ ਉਹ ਵਧੀਆ ਨਹੀਂ ਹੁੰਦਾ। ਉਹਦਾ ਕੀ ਹੁੰਦਾ, ਹੁਣ ਇੱਕ ਕੱਟੀ ਜਾਂ ਬੱਚੀ ਪਾਲਣ ਦੇ ਉੱਤੇ ਲਗਭਗ ਆਪਣਾ 40-45 ਹਜ਼ਾਰ ਰੁਪਇਆ ਮਿੱਠਾ ਸਿੰਘ ਜੀ ਖਰਚਾ ਆ ਜਾਂਦਾ ਜਦ ਤੱਕ ਉਹ ਸੂੰਦੀ ਆ। ਤੇ ਜਦੋਂ ਅਸੀਂ ਫਿਰ ਉਹਨੂੰ ਵੇਚਣ ਜਾਂਦੇ ਆ, ਫਿਰ ਉਹ ਇੰਨੇ ਦੀ ਉਹ ਵਿਕਦੀ ਆ। ਸਹੀ ਗੱਲ, ਫਾਇਦਾ ਕੀ ਹੋਇਆ? ਇਹੀ ਕਾਰਨ ਆ ਵੀ ਪੰਜਾਬ ਦੇ ਵਿੱਚ ਕੱਟੀਆਂ ਪਾਲਣ ਦਾ ਰਿਵਾਜ ਜਿਹੜਾ ਘਟਦਾ ਜਾਂਦਾ, ਲੋਕ ਹਰਿਆਣੇ 'ਚ ਨੂੰ ਜਾਂਦੇ ਨੇ, ਲੈ ਆਉਂਦੇ ਨੇ। ਪਰ ਜੇ ਅਸੀਂ ਉੱਥੋਂ 2.5 ਲੱਖ ਦੀ ਜਿਹੜੀ ਮੱਝ ਲੈ ਕੇ ਆਉਨੇ ਆ, ਜੇ ਅਸੀਂ ਨਸਲ ਸੁਧਾਰ ਲਿਆਈਏ, ਇੱਥੇ ਚੰਗੀ ਜੱਦ ਦੇ ਸਾਨ ਪੈਦਾ ਕਰਕੇ ਉਹਨਾਂ ਦਾ ਬੀਰਜ ਇਕੱਠਾ ਕਰਕੇ, ਜੇ ਸਰਕਾਰ ਕਰ ਰਹੀ ਆ ਵੀ ਟੀਕੇ ਲਾ ਰਹੀ ਹੈ, ਤੇ ਉਹ ਟੀਕੇ ਲਵਾ ਕੇ ਅਸੀਂ ਚੰਗੀ ਨਸਲ ਦੀਆਂ ਕੱਟੀਆਂ ਬੱਚੀਆਂ ਪੈਦਾ ਕਰੀਏ, ਤਾਂ ਉਹਦੇ ਨਾਲ ਸਾਨੂੰ ਬਾਹਰੋਂ 1.5 ਲੱਖ ਦੀ ਲਿਆਉਣ ਦੀ ਲੋੜ ਪੈਣੀ। ਉਹੀ 45-50 ਹਜ਼ਾਰ ਦੇ ਵਿੱਚ ਤੁਹਾਡੀ ਮੱਝ ਤਿਆਰ ਹੋ ਜੂਗੀ, ਓਨਾ ਹੀ ਦੁੱਧ ਦਊਗੀ। ਵਾਹ। ਸੋ ਮਿੱਠਾ ਸਿੰਘ ਜੀ, ਵੈਸੇ ਦੇਖੋ ਕਿ ਮੈਂ ਸਮਝਣਾ ਕਿ ਇਹ ਜਿਹੜਾ ਵਰਤਾਰਾ ਹੈ, ਦੇਖੋ ਆਪਾਂ ਭਜਣੇ ਆ ਪਸ਼ੂ ਲੈਣ ਵਾਸਤੇ, ਤੇ ਜੇ ਉਹੀ ਆਪਾਂ ਧਿਆਨ ਇਹ ਸੋਚ ਵੱਲ ਦਈਏ, ਹੈਨਾ, ਇਹ ਕਿੱਤਾ ਵੀ ਹੋ ਜਾਂਦਾ ਆਪਣੇ ਆਪ, ਤਕਨੀਕੀ ਢੰਗ ਨਾਲ ਹੋਵੇ, ਤੇ ਇਹ ਵੀ ਕਿੱਤਾ ਬਣ ਸਕਦਾ ਹੈਨਾ। ਮੈਨੂੰ ਇਹ ਸਮਝਣ ਲੱਗਣ ਡਿਆ। ਅੱਛਾ ਡਾਕਟਰ ਸਾਹਿਬ, ਤੁਸੀਂ ਮਾਹਿਰ ਹੋ, ਤੇ ਹੁਣ ਜਦੋਂ ਅਸੀਂ ਗੱਲ ਕਰਨੇ ਆ ਨਸਲ ਸੁਧਾਰ ਦੀ, ਤੁਸੀਂ ਕਿਹਾ ਕਿ ਬਹੁਤ ਵਧੀਆ ਉਪਰਾਲਾ ਸਾਡੇ ਕਿਸਾਨ ਵੀਰ ਅਪਣਾ ਸਕਦੇ ਨੇ। ਜੇ ਅਸੀਂ ਬਤੌਰ ਮਾਹਿਰ ਜੇ ਇੰਪੋਰਟੈਂਸ ਦੇਖੀਏ, ਮਹੱਤਤਾ ਕੀ ਇਹਦੀ, ਕਿਹੜੇ ਕਿਹੜੇ ਖਾਸ ਫਾਇਦੇ ਨਸਲ ਸੁਧਾਰ ਨਾਲ ਸਾਡੇ ਡੇਅਰੀ ਪਾਲਕ ਭਰਾਵਾਂ ਨੂੰ ਹੋ ਸਕਦੇ ਆ? ਇਹਦੇ ਨਾਲ ਜੀ ਇੱਕ ਤਾਂ ਫਾਇਦਾ ਇਹ ਹੋਊਗਾ ਵੀ ਦੁੱਧ ਦੀ ਪੈਦਾਵਾਰ ਵਧੂਗੀ ਜੀ। ਇੱਕ ਜਿਵੇਂ ਆਪਾਂ ਖੇਤੀਬਾੜੀ ਦੇ ਵਿੱਚ ਜ਼ਿਆਦਾ ਝਾੜ ਦੇਣ ਵਾਲੇ ਬੀਜ ਲਿਆਂਦੇ ਤਾਂ ਖੇਤੀਬਾੜੀ ਦਾ ਉਤਪਾਦਨ ਵੱਧ ਗਿਆ। ਜਿਹੜਾ ਸਾਡਾ ਹਿੰਦੁਸਤਾਨ ਕਣਕ ਮੰਗਦਾ ਫਿਰਦਾ ਸੀ, ਅੱਜ ਵਾਧੂ ਹੋਇਆ ਪਿਆ। ਜੀ ਜੀ ਜੀ। ਇਸੇ ਤਰ੍ਹਾਂ ਹੀ ਜੇ ਅਸੀਂ ਚੰਗੇ ਪਸ਼ੂ ਰੱਖਾਂਗੇ, ਉਹ ਦੁੱਧ ਵੱਧ ਪੈਦਾ ਕਰਨਗੇ। ਇੱਕ ਤਾਂ ਜਿਹੜੀ ਦੁੱਧ ਦੀ ਘਾਟ ਆ ਉਹ ਪੂਰੀ ਹੋ ਜੂਗੀ ਜੀ। ਦੂਸਰਾ, ਜਿਹੜਾ ਕਿਸਾਨ ਦੀ ਆਰਥਿਕ ਹਾਲਤ ਆ ਉਹ ਸੁਧਰੂਗੀ, ਕਿਉਂਕਿ ਜੇ ਹੁਣ ਤੁਸੀਂ ਦੁੱਧ ਪੈਦਾ ਕਰਨਾ 100 ਲੀਟਰ, ਹੁਣ 100 ਲੀਟਰ ਜਿਹੜਾ ਦੁੱਧ ਹੈ ਇਹ ਤੁਸੀਂ 4 ਗਾਈਆਂ ਤੋਂ ਵੀ ਪੈਦਾ ਕਰ ਸਕਦੇ ਹੋ, 20 ਗਾਈਆਂ ਤੋਂ ਵੀ ਪੈਦਾ ਕਰ ਸਕਦੇ ਹੋ। ਇਸੇ ਤਰ੍ਹਾਂ ਹੀ 4-5 ਮੱਝਾਂ ਤੋਂ ਵੀ ਪੈਦਾ ਕਰ ਸਕਦੇ ਹੋ, 20 ਮੱਝਾਂ ਤੋਂ ਵੀ ਪੈਦਾ ਕਰ ਸਕਦੇ ਹੋ ਜੀ। ਹੁਣ ਜੇ 8-8 10-10 ਲੀਟਰ ਵਾਲੀਆਂ ਮੱਝਾਂ ਰੱਖੀਆਂ ਨੇ ਤੁਸੀਂ, 100 ਲੀਟਰ ਪੈਦਾ ਕਰਨਾ, 20 ਮੱਝਾਂ ਹੋ ਗਈਆਂ। ਹੁਣ ਜਿੰਨਾ 20 ਖਾਣਗੀਆਂ ਉਹ 5 ਨੇ ਤਾਂ ਨਹੀਂ ਨਾ ਖਾਣਾ ਨਾ ਜੀ, ਉਹ ਤੇ ਪੂਰਾ ਖਵਾਉਣਾ ਤੇ ਪੈਣਾ ਹੀ ਆ। ਫਿਰ ਇੱਕ ਤਾਂ ਖੁਰਾਕ ਦਾ ਖਰਚਾ ਘਟ ਜੂਗਾ, ਦੂਸਰਾ ਉਹਦਾ ਫਾਇਦਾ ਹੈ ਕਿ ਜਿਹੜਾ ਲੇਬਰ ਦਾ ਖਰਚਾ ਉਹ ਵੀ ਘਟ ਜੂ, ਸਾਂਭ ਸੰਭਾਲ ਘਟ ਜੂਗੀ। ਕਿਤੇ 20 ਪਸ਼ੂ ਪਾਲਨੇ ਆ, ਮੁਨਾਫਾ ਵੱਧ ਜਾਣਾ, ਖਰਚਾ ਘਟ ਗਿਆ, ਆਪਣੀ ਜਿਹੜੀ ਆਮਦਨ ਆ ਉਹ ਵਧੂਗੀ। ਦੂਸਰਾ ਇਹਦਾ ਫਾਇਦਾ ਕੀ ਹੈ ਕਿ ਇਹ ਜੱਦ ਦੇ ਵਿੱਚ ਗੁਣ ਹੁੰਦਾ, ਜਦੋਂ ਅਸੀਂ ਕਿਸੇ ਨੂੰ ਮੱਝ ਜਾਂ ਗਾਂ ਨੂੰ ਆਸ ਲਵਾਉਂਦੇ ਆ ਤਾਂ ਉਹਦੇ 'ਚ ਅੱਧੇ ਗੁਣ ਜਿਹੜੇ ਨੇ ਉਹ ਮਾਂ ਤੋਂ ਆਉਣੇ ਨੇ, ਅੱਧੇ ਬਾਪ ਤੋਂ ਆਉਣੇ ਨੇ।
ਅੱਛਾ ਡਾਕਟਰ ਸਾਹਿਬ, ਇਹ ਗੱਲਬਾਤ ਆਪਾਂ ਜਾਰੀ ਰੱਖਾਂਗੇ। ਇੱਕ ਟੈਲੀਫੋਨ ਆ ਗਿਆ ਸੱਜਣਾ ਦਾ, ਆਪਾਂ ਸੁਣ ਲਈਏ ਪਹਿਲਾਂ। ਹਾਂਜੀ, ਹੈਲੋ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੌਣ ਸਾਹਿਬ ਬੋਲਦੇ ਤੇ ਕੀ ਸਵਾਲ ਹੈ ਜੀ ਤੁਹਾਡਾ? ਜਗਸੀਰ ਸਿੰਘ ਬੋਲਦਾ ਜੀ, ਬਠਿੰਡਾ ਤੋਂ। ਜੀ ਜੀ ਸਰ ਮੈਂ ਗੱਲ ਤੁਹਾਨੂੰ ਪੁੱਛਣਾ ਚਾਹੁੰਦਾ ਸੀ, ਸਾਡੇ ਕੋਲ ਮੋਰਾ ਨਸਲ ਦਾ ਕੱਟਾ ਹੈ ਕਿ ਉਹਨੂੰ ਖਰਾਕ ਕੀ ਮਿਲਦੀ? ਖਰਾਕ ਜੀ ਡਾਕਟਰ ਸਾਹਿਬ, ਮੋਰਾ ਨਸਲ ਦਾ ਕੱਟਾ ਹੈ ਜਿਹਨੂੰ ਖਰਾਕ ਕੀ ਮਿਲਦੀ? ਖਰਾਕ ਬਾਰੇ ਮੁਰਾ ਦੀ ਨਸਲ ਦੀ ਹੈਗੀ, ਇਹਨੂੰ ਖੁਰਾਕ ਦੀ ਸਮੱਸਿਆ ਹੋਈ। ਕੱਟਾ ਹੈਗਾ। ਹਾਂ, ਹਾਂਜੀ ਹਾਂਜੀ। ਕੱਟੇ ਨੂੰ ਜੀ ਖੁਰਾਕ ਜਿਹੜੀ ਹੈ, ਉਹ ਜਿਸ ਤਰ੍ਹਾਂ ਤੁਸੀਂ ਦੂਜੇ ਪਸ਼ੂਆਂ ਨੂੰ ਪਾਉਂਦੇ ਹੋ, ਉਹਨਾਂ 'ਚ ਅਸੀਂ ਖਲ ਬਲ ਦੁੱਧ ਪਾਉਂਦੇ ਹਾਂ, ਇਹਦੇ 'ਚ ਖਲ ਥੋੜ੍ਹੀ ਜਿਹੀ ਪ੍ਰੋਟੀਨ ਤਾਂ ਹੁੰਦੀ ਚਾਹੀਦੀ ਆ ਉਹਨੂੰ ਜ਼ਰੂਰ, ਲੇਕਿਨ ਉਹ ਜੇ ਤੇਲ ਬਹੁਤਾ ਨਾ ਹੋਵੇ ਤੇ ਉਹਦੇ ਬਜਾਏ એનર્ਜੀ ਵਾਲੀ ਆ ਉਹ ਜ਼ਿਆਦਾ ਹੋਣੀ ਚਾਹੀਦੀ। ਥੋੜ੍ਹਾ ਜਿਹਾ ਗੁੜ ਵਧਾ ਲਓ, ਇਸੇ ਤਰ੍ਹਾਂ ਹੀ ਬੜੇਵੇਂ ਦੇ ਦਿਓ, ਉਹਦੇ ਨਾਲ ਉਹਨਾਂ ਦੀ ਜਿਹੜੀ ਜੈਨੇਟਿਕ ਪਾਵਰ ਆ ਉਹ ਵੱਧ ਜੂਗੀ। ਤੇ ਉਹ ਉਸ ਤਰ੍ਹਾਂ ਦੀ ਖੁਰਾਕ ਉਹਨੂੰ ਝੋਟੇ ਨੂੰ ਜੇ ਅਸੀਂ ਵਧੀਆ ਖੁਰਾਕ ਦੇਵਾਂਗੇ, ਵਧੀਆ ਖੁਰਾਕ ਦੇ ਨਾਲ ਪਾਲਾਂਗੇ, ਤਾਂ ਉਹਦਾ ਜਿਹੜਾ ਗੁਣ ਨੇ, ਉਹਦਾ ਜਿਹੜੀ ਮਤਲਬ ਪਸ਼ੂ ਨੂੰ ਆਸ ਕਰਨ ਦੀ ਸਮਰੱਥਾ, ਉਹਦੇ ਜਿਹੜੇ ਜੀਵਾਣੂ ਨੇ ਉਹ ਵੱਧ ਜਾਣਗੇ ਤੇ ਤੁਹਾਡੇ ਪਸ਼ੂਆਂ ਦਾ ਉਹਦਾ ਰਿਜ਼ਲਟ ਵਧੀਆ ਆਊਗਾ। ਹਾਂ ਡਾਕਟਰ ਸਾਹਿਬ, ਫਿਰ ਆਪਣੀ ਗੱਲ ਚੱਲਦੀ ਪਈ ਸੀ ਵੀ ਬੱਚੇ 'ਚ ਅੱਧੇ ਗੁਣ ਜਿਹੜੇ ਆ ਉਹ ਮਾਂ ਦੇ ਹੁੰਦੇ ਆ, ਤੋਂ ਆਉਂਦੇ ਨੇ, ਅੱਧੇ ਬਾਪ ਤੋਂ ਆਉਣੇ ਨੇ। ਹੁਣ ਜੇ ਤੁਹਾਡੇ ਕੋਲ ਮੱਝ ਆ ਇੱਕ, ਉਹਨੇ ਤਾਂ 1 ਸਾਲ ਦੇ ਵਿੱਚ ਇੱਕ ਬੱਚਾ ਦੇਣਾ, ਤੇ ਜਿਹੜਾ ਸਾਂਝ ਜਾਂ ਝੋਟਾ ਉਹਨੇ ਸਾਲ ਦੇ ਵਿੱਚ 20 25 50 100 ਬੱਚਾ ਪੈਦਾ ਕਰ ਦੇਣਾ। ਉਹਦੇ ਨਾਲ ਇਸੇ ਕਰਕੇ ਆਪਣੇ ਪੁਰਾਣੇ ਬਜ਼ੁਰਗ ਵੀ ਇਹ ਕਹਿੰਦੇ ਨੇ ਵੀ ਜਿਹੜਾ ਸਾਂਝ ਜਾਂ ਝੋਟਾ ਬੱਗ ਦਾ ਅੱਧ ਹੁੰਦਾ। ਇੱਥੇ ਜਿਹੜਾ ਸਾਂਝ ਜਾਂ ਝੋਟਾ ਸਾਡਾ ਉਹ ਵਧੀਆ ਕੁਆਲਿਟੀ ਦਾ ਹੋਣਾ, ਤੁਹਾਡੀ ਮੱਝ ਨਾਲੋਂ ਜ਼ਿਆਦਾ ਹੋਣਾ ਚਾਹੀਦਾ ਵਧੀਆ। ਔਰ ਖੁਰਾਕ ਦਾ ਪੂਰਾ ਖਿਆਲ ਰੱਖਣਾ ਚਾਹੀਦਾ। ਖੁਰਾਕ ਦਾ ਉਹਦਾ ਪੂਰਾ ਖਿਆਲ ਹੋਵੇ। ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਹੈ, ਚੰਗੀ ਖੁਰਾਕ ਦੇਵਾਂਗੇ ਉਹਦਾ ਰਿਜ਼ਲਟ ਵੀ ਚੰਗਾ ਮਿਲੂਗਾ, ਜੇ ਮਾੜੀ ਖੁਰਾਕ ਦੇਵੋਗੇ ਤਾਂ ਉਹਦਾ ਰਿਜ਼ਲਟ ਵੀ ਮਾੜਾ ਹੋਊ। 2 ਸਾਲ ਬਾਅਦ 3 ਸਾਲ ਬਾਅਦ ਕੰਡਮ ਹੋ ਜਾਊਗਾ, ਤੇ ਸਾਡਾ ਖਰਚਾ ਬਹੁਤਾ ਪੈ ਜਾਊਗਾ। ਇਸ ਕਰਕੇ ਜ਼ਿਆਦਾ ਜਿਹੜੀ ਚੋਣ ਆ ਉਹ ਝੋਟੇ ਦੀ ਚੋਣ ਵੱਲ ਬਹੁਤ ਜ਼ਿਆਦਾ ਧਿਆਨ ਦਿੱਤਾ ਜਾਣਾ ਚਾਹੀਦਾ ਵੀ ਜਦੋਂ ਅਸੀਂ ਮੱਝ ਗਾਂ ਨੂੰ ਆਸ ਲਵਾਉਣਾ ਤਾਂ ਝੋਟਾ ਜਿਹੜਾ ਹੈਗਾ ਉਹ ਵਧੀਆ ਕੁਆਲਿਟੀ ਦਾ ਹੋਣਾ ਚਾਹੀਦਾ। ਇਹ ਇਹਦੀ ਮਹੱਤਤਾ ਆ ਨਸਲ ਸੁਧਾਰ ਦੀ। ਬਿਲਕੁਲ ਸਹੀ ਗੱਲ। ਅੱਛਾ ਡਾਕਟਰ ਸਾਹਿਬ, ਗੱਲ ਇਹ ਆ ਵੀ ਇਹ ਕਿੱਤਾ ਜਿਹੜਾ ਸਾਡਾ ਪਸ਼ੂ ਪਾਲਣ ਦਾ, ਦੁੱਧ ਉਤਪਾਦਨ ਦਾ, ਬਿਲਕੁਲ ਇਹ ਸਾਡੇ ਲਈ ਨਵਾਂ ਤੇ ਹੈ ਨਹੀਂ। ਹਾਂਜੀ, ਮੁੱਢ ਕਦੀਮ ਤੋਂ ਹੀ ਅਸੀਂ ਘਰਾਂ ਦੇ ਵਿੱਚ ਪਸ਼ੂ ਜਿਹੜੇ ਆ ਉਹ ਰੱਖੇ ਆ, ਆਸ ਵੀ ਹੁੰਦੇ ਆ, ਆਪਣਾ ਕਟੀਆਂ ਕੱਟੇ ਵੱਛੀਆਂ ਬੱਚੇ ਵੀ ਹੁੰਦੇ ਆ। ਪਰ ਇਹ ਜਿਹੜੀ ਨਸਲ ਸੁਧਾਰ ਦਾ ਕੰਮ ਸ਼ੁਰੂ ਹੋਇਆ ਇਹ ਥੋੜ੍ਹੇ ਚਿਰ ਤੋਂ ਪਿੱਛੇ ਜੇ, ਇਹ ਜ਼ਰੂਰੀ ਕਿਉਂ ਆ ਸਾਡੇ? ਇਹ ਮਿੱਠਾ ਸਿੰਘ ਜੀ ਜ਼ਰੂਰੀ ਇਸ ਕਰਕੇ ਆ ਕਿਉਂਕਿ ਪਹਿਲਾਂ ਜਿਹੜਾ ਅਸੀਂ ਧੰਦਾ ਕਰਦੇ ਸੀ ਇਹ ਡੈਰੀ ਦਾ, ਉਹਦੇ 'ਚ ਸਾਡਾ ਇੱਕ ਤਾਂ ਮਕਸਦ ਸੀਗਾ ਵੀ ਘਰ ਦੀ ਖੁਰਾਕ। ਉਦੋਂ ਕਹਿੰਦੇ ਸੀ ਜਿਹਨੇ ਦੁੱਧ ਵੇਚਤਾ ਪੁੱਤ ਵੇਚਤਾ। ਲੇਕਿਨ ਹੁਣ ਕੀ ਆ ਵੀ ਸਾਡੀ ਖੇਤੀਬਾੜੀ ਦੀ ਥੱਲੇ ਜਿਹੜਾ ਰਕਬਾ ਉਹ ਤਾਂ ਘਟ ਰਿਹਾ, ਜਦੋਂ ਕਿ ਜਿਹੜੇ ਆਪਣੇ ਖਰਚੇ ਨੇ ਉਹ ਵੱਧ ਰਹੇ ਨੇ। ਤੇ ਹੁਣ ਸਾਡਾ ਜਿਹੜਾ ਸਾਰਾ ਖਰਚਾ ਉਹ ਚੱਲਦਾ ਹੀ ਡੇਅਰੀ ਦੇ ਧੰਦੇ ਤੋਂ ਆ। ਸਹੀ ਗੱਲ, ਇਹ ਵੀ ਗੱਲ ਸਹੀ ਹੈ। ਜੇ 4 ਪੈਸੇ ਕਮਾਓਗੇ ਤਾਂ ਹੀ ਤੁਸੀਂ ਖਰਚਾ ਕਰ ਸਕਦੇ ਹੋ। ਜੀ ਜੀ ਜੀ। ਹੁਣ ਪੈਸੇ ਤੁਹਾਨੂੰ ਤਾਂ ਬਣਨੇ ਨੇ ਜੇ ਤੁਹਾਡੇ ਕੋਲ ਚੰਗੀ ਨਸਲ ਦੇ ਪਸ਼ੂ ਰੱਖੇ ਹੋਏ ਨੇ। ਕਿਉਂਕਿ ਜਿਵੇਂ ਖੇਤੀਬਾੜੀ 'ਚ ਆਪਾਂ ਸੁਧਰੇ ਬੀਜ ਲਿਆਂਦੇ ਨੇ ਜ਼ਿਆਦਾ ਝਾੜ ਦੇਣ ਵਾਲੇ, ਉਸੇ ਤਰ੍ਹਾਂ ਜੇ ਤੁਹਾਡੇ ਕੋਲ ਜ਼ਿਆਦਾ ਦੁੱਧ ਦੇਣ ਵਾਲੇ ਪਸ਼ੂ ਹੋਣਗੇ, ਹਰ ਭਰਿਆਏ ਰਹਿਣਗੇ, ਸਾਲ ਦੇ ਵਿੱਚ ਇੱਕ ਬੱਚਾ ਪੈਦਾ ਕਰਨਗੇ, ਫਿਰ ਜ਼ਿਆਦਾ ਸੂਏ ਦੇਣਗੇ, ਤਾਂ ਹੀ ਆਪਣਾ ਧੰਦਾ ਜਿਹੜਾ ਇਹ ਕਾਮਯਾਬ ਹੋ ਸਕਦਾ, ਇਹਦੇ ਤੋਂ ਵੱਧ ਮੁਨਾਫਾ ਆ ਸਕਦਾ। ਜਦੋਂ ਨਸਲ ਸੁਧਾਰ ਦੀ ਆਪਾਂ ਗੱਲ ਕਰਨੀ, ਦੇਖੋ ਮਹੱਤਤਾ ਵੀ ਦੱਸਤੀ ਜੀ ਜੀ, ਤੇ ਹੁਣ ਇਹ ਵੀ ਸਾਨੂੰ ਵਿਸਥਾਰ ਨਾਲ ਦੱਸੋ ਵੀ ਨਸਲ ਸੁਧਾਰ ਦੇ ਮੁੱਖ ਤਰੀਕੇ ਕਿਹੜੇ-ਕਿਹੜੇ? ਨਸਲ ਸੁਧਾਰ ਦਾ ਟੀਚਾ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ, ਕਿਹੜੇ-ਕਿਹੜੇ ਢੰਗ ਨੇ ਜਿਹੜੇ ਤਾਂ ਕਿ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਇਹਦੇ ਫਾਇਦੇ ਲੈ ਸਕੀਏ? ਇਹਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਆ ਉਹ ਤਾਂ ਵੈਸੇ ਸਾਂਝ ਜਾਂ ਝੋਟੇ ਦੀ ਚੋਣ ਆ। ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਆ ਬਈ ਸਾਂਝ ਜਾਂ ਝੋਟਾ ਜਿਹੜਾ ਉਹ ਵਧੀਆ ਨਸਲ ਦਾ ਹੋਣਾ ਚਾਹੀਦਾ, ਪਰ ਉਹ ਝੋਟੇ ਦੀ ਜਦੋਂ ਚੋਣ ਕਰਨੀ ਆ ਉਹਦੇ 'ਚ ਕੁਝ ਖਿਆਲ ਸਾਨੂੰ ਕਿਸਾਨਾਂ ਨੂੰ ਰੱਖਣਾ ਚਾਹੀਦਾ ਜੀ, ਕਿਉਂਕਿ ਝੋਟਾ ਤੇ ਦੁੱਧ ਤਾਂ ਦੇਣਾ ਨਹੀਂ। ਉਹਨੂੰ ਤੁਸੀਂ ਕਿੱਦਾਂ ਜੱਜ ਕਰ ਸਕਦੇ ਆ ਵੀ ਉਹਦੀ ਮਾਂ ਨੇ ਕਿੰਨਾ ਦੁੱਧ ਦਿੱਤਾ? ਤੇ ਇਹਦਾ ਰਿਕਾਰਡ ਤੁਹਾਨੂੰ ਲੈਣਾ ਪਊਗਾ ਜਦੋਂ ਤੁਸੀਂ ਝੋਟਾ ਲੈਣ ਜਾਓਗੇ। ਹੁਣ ਆਪਣੇ ਕਿਸਾਨਾਂ ਦੇ ਵਿੱਚ ਇੱਕ ਜਾਣੀ ਦੀ ਕਹ ਲਓ ਨੁਕਸ ਹੈ ਵੀ ਅਸੀਂ ਇਹਦਾ ਰਿਕਾਰਡ ਨਹੀਂ ਰੱਖਦੇ ਕੋਈ ਵੀ। ਸਹੀ ਗੱਲ, ਬਿਲਕੁਲ ਸਹੀ ਗੱਲ। ਹੁਣ ਇਹ ਜਿਹੜਾ ਧੰਦਾ ਇਹ ਵਪਾਰ ਬਣ ਗਿਆ ਜੀ, ਇਹ ਹੁਣ ਧੰਦਾ ਨਹੀਂ ਰਿਹਾ ਅੱਗੇ ਵਾਂਗੂ, ਇਹ ਹੁਣ ਵਪਾਰ ਬਣ ਗਿਆ, ਪੂਰਾ ਵਪਾਰਕ ਬਣ। ਹਾਂਜੀ, ਵਪਾਰ ਜਿਹੜਾ ਹੈਗਾ ਉਹ ਬਿਨਾਂ ਰਿਕਾਰਡ ਤੋਂ ਨਹੀਂ ਚੱਲਦਾ, ਰਿਕਾਰਡ ਜ਼ਰੂਰੀ ਆ। ਹੁਣ ਜਦੋਂ ਤੁਸੀਂ ਝੋਟਾ ਲੈਣ ਜਾਓਗੇ, ਕਿਸੇ ਨੂੰ ਪੁੱਛੋਗੇ ਵੀ ਅਗਲਾ ਸੱਚ ਦੱਸਦਾ, ਕਿਤੇ ਆਪਾਂ ਦੇਖਦੇ ਹਾਂ ਉਹਦੀ ਸ਼ਕਲ ਸੂਰਤ, ਪਰ ਜਿਹੜਾ ਜੱਦ ਤੇ ਗੁਣ ਹੈਗਾ
ਉਹਨੂੰ ਤੁਸੀਂ ਜੇ ਚੋਣ ਕਰਨੀ ਆ ਜਾਂ ਤਾਂ ਤੁਸੀਂ ਉਹਦੇ ਮਾਂ ਦੇ ਦੁੱਧ ਤੋਂ ਆਪਾਂ ਰੱਖ ਸਕਦੇ ਹਾਂ, ਕਿਉਂਕਿ ਝੋਟੇ ਨੇ ਆਪ ਤਾਂ ਦੁੱਧ ਨਹੀਂ ਦੇਣਾ। ਉਹਦੀ ਮਾਂ ਦਾ ਦੁੱਧ ਕਿੰਨਾ ਵੱਧ ਦੁੱਧ ਦੇਣ ਵਾਲੀ ਜਿਹੜੀ ਮੱਝ ਆ ਉਹਨੂੰ ਚੁਣ ਲਓ। ਉਹ ਵੀ ਕਈ ਵਾਰੀ ਗਲਤ ਨਿਕਲ ਜਾਂਦਾ, ਅਗਲਾ ਆਪਾਂ ਨੂੰ ਸੱਚਾਈ ਨਹੀਂ ਦੱਸਦਾ। ਫਿਰ ਦੂਸਰਾ ਤਰੀਕਾ ਹੈਗਾ ਵੀ ਅਸੀਂ ਉਹਦੀਆਂ ਭੈਣਾਂ ਦਾ ਦੁੱਧ ਦੇਖ ਲੈਂਦੇ ਹਾਂ। ਤੇ ਸਭ ਤੋਂ ਵਧੀਆ ਤਰੀਕਾ ਜਿਹੜਾ ਝੋਟੇ ਦੀ ਚੋਣ ਆ ਉਹ ਹੈਗਾ ਵੀ ਉਹਦੀਆਂ ਆਪਦੀਆਂ ਕੱਟੀਆਂ ਦਾ ਉਸ ਦੁੱਧ ਦੇਖਿਆ ਜਾਂਦਾ ਵੀ ਕਿੰਨਾ ਹੈਗਾ। ਅੱਛਾ ਡਾਕਟਰ ਸਾਹਿਬ, ਇੱਕ ਫੋਨ ਕਾਲ ਹੋਰ ਆ ਗਈ, ਆਪਾਂ ਇਸ ਗੱਲ ਨੂੰ ਜਾਰੀ ਰੱਖਾਂਗੇ। ਠੀਕ ਫੋਨ ਹੈ ਸੁਣ ਲਈਏ ਸੱਜਣਾ ਦਾ। ਜੀ। ਹੈਲੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਰਵੀਕਾਂਤ ਬੋਲ ਰਿਹਾ, ਪਿੰਡ ਨਿਹਾਲਗੜ੍ਹਾ, ਜ਼ਿਲ੍ਹਾ ਫਾਜ਼ਿਲਕਾ ਤੋਂ। ਜੀ ਰਵੀਕਾਂਤ ਜੀ। ਜੀ ਮੇਰਾ ਡਾਕਟਰ ਸਾਹਿਬ ਨੂੰ ਤੇ ਸਾਰੇ ਕਿਸਾਨ ਵੀਰਾਂ ਨੂੰ ਇਹ ਹੈਗਾ ਕਿ ਸਾਡਾ ਏਰੀਆ ਜਿਹੜਾ ਹੈਗਾ ਉਹ ਸਾਹੀਵਾਲ ਗਊਆਂ ਦੇ ਲਈ ਬਹੁਤ ਹੀ ਮਸ਼ਹੂਰ ਹੈ ਤੇ ਕਾਫੀ ਜ਼ਿਆਦਾ ਵੀ ਇੱਥੇ ਸਾਹੀਵਾਲ ਗਊਆਂ ਵੀ ਨੇ ਤੇ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਵੱਲੋਂ ਇੱਥੇ ਸਾਹੀਵਾਲ ਦੇ ਜਿਹੜੀ ਨਸਲ ਸੁਧਾਰ ਬਾਰੇ ਬਹੁਤ ਵਧੀਆ ਪ੍ਰੋਜੈਕਟ ਵੀ ਚੱਲ ਰਹੇ ਨੇ। ਅਸੀਂ ਉਸ ਦਾ ਵੱਧ ਤੋਂ ਵੱਧ ਫਾਇਦਾ ਲੈ ਰਹੇ ਹਾਂ। ਸਾਡੇ ਸੈਂਟਰਾਂ ਦੇ ਵਿੱਚ ਪਿਓਰ ਸਾਹੀਵਾਲ ਦੇ ਜਿਹੜੇ ਗੁਜਰਾਤ ਤੋਂ ਲਿਆਂਦੇ ਹੋਏ ਟੀਕੇ ਜਿਹੜੇ ਹੈਗੇ ਨੇ ਉਹ ਅਸੀਂ ਆਪਦੀਆਂ ਗਊਆਂ ਨੂੰ ਲਵਾਉਂਦੇ ਹਾਂ ਤੇ ਉਹਨਾਂ ਦੇ ਕੰਨਾਂ ਦੇ ਵਿੱਚ ਇੱਕ ਟੈਗ ਨੰਬਰ ਵੀ ਲਗਾਇਆ ਜਾਂਦਾ ਹੈ। ਉਹਦਾ ਪ੍ਰੋਪਰ ਰਿਕਾਰਡ ਵੀ ਜਿਹੜਾ ਹੈਗਾ ਸਾਡੇ ਡਾਕਟਰ ਸਾਹਿਬਾਨ ਨੇ ਉਹ ਰੱਖਦੇ ਨੇ, ਸਾਨੂੰ ਪੁੱਛਦੇ ਰਹਿੰਦੇ ਨੇ। ਇਹ ਬਹੁਤ ਹੀ ਵਧੀਆ ਸਕੀਮ ਹੈ। ਦੁੱਧ ਦੀ ਚੁਆਈ ਵੀ ਸ਼ੁਰੂ ਹੁੰਦੀ ਕਰਾਉਂਦੇ ਨੇ ਤੇ ਜਿਹੜਾ ਸਾਨੂੰ ਵੱਛਾ ਜਾਂ ਵੱਛੀ ਮਿਲਦਾ ਉਹ ਬਹੁਤ ਹੀ ਟੌਪ ਕਲਾਸ ਦੇ ਜਿਹੜੇ ਸਾਨੂੰ ਮਿਲ ਰਹੇ ਨੇ। ਤੇ ਇਹ ਪ੍ਰੋਜੈਕਟ ਜਿਹੜੇ ਇਸ ਤਰ੍ਹਾਂ ਦੇ ਨੇ ਇਹ ਏਰੀਆ ਦੇ ਹਿਸਾਬ ਨਾਲ ਮੈਂ ਡਾਕਟਰ ਸਾਹਿਬ ਤੇ ਕਿਸਾਨ ਵੀਰਾਂ ਨੂੰ ਕਹੂੰਗਾ ਕਿ ਸਾਰੇ ਹੀ ਇਲਾਕੇ ਦੇ ਵਿੱਚ, ਸਾਰੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਹੈਗੇ ਚਲਾਏ ਜਾਣ। ਧੰਨਵਾਦ। ਕੀ ਬਾਤ ਹੈ, ਬੜੀ ਵਧੀਆ ਸਲਾਹ ਦਿੱਤੀ ਜੀ ਇਹਨਾਂ ਨੇ ਰਵੀਕਾਂਤ ਜੀ। ਬਿਲਕੁਲ, ਦੇਖੋ ਬਹੁਤ ਗੱਲ ਇਹ ਵਧੀਆ ਸਲਾਹ ਦਿੱਤੀ। ਤੁਸੀਂ ਜਿਵੇਂ ਦੱਸਿਆ ਵੀ ਰਿਕਾਰਡ ਜਿਹੜਾ ਵਾ ਉਹ ਕਹਿੰਦੇ ਜੀ ਅਸੀਂ ਤੇ ਉਹ ਪਾਏ ਹੋਏ ਆ ਕੰਨਾਂ 'ਚ ਟੈਗ। ਬਿਲਕੁਲ ਜੀ, ਬਿਲਕੁਲ। ਇਹ ਸਕੀਮ ਪਹਿਲਾਂ ਚੱਲੀ ਵੀ ਸੀ ਜੀ, ਸਾਰੇ ਪੰਜਾਬ ਦੇ ਵਿੱਚ ਹੀ ਇਹ ਸਕੀਮ ਚੱਲੀ ਸੀ ਔਰ ਸਰਕਾਰ ਨੇ ਸਪੈਸ਼ਲ ਇਹਦੇ ਲਈ ਦੇਸੀ ਪਸ਼ੂ ਨਸਲ ਦੀਆਂ ਗਾਈਆਂ ਲਈ ਸਕੀਮ ਚਲਾਈ ਤੇ ਉਹਦੇ ਤੇ ਸਬਸਿਡੀ ਵੀ 50% ਦਿੱਤੀ ਸੀ। ਜੀ 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 ਜੀ। ਪਰ ਇਧਰਲੇ ਇਲਾਕੇ 'ਚ ਬਹੁਤ ਵਧੀਆ ਚੱਲੇ ਨੇ, ਪਰ ਆਪਣੇ ਵਾਲੇ ਇਲਾਕੇ 'ਚ ਨਹੀਂ ਬਾਲੇ ਚੱਲੇ ਇਹ। ਚਲੋ ਗੱਲ ਇਹ ਹੁੰਦੀ ਜੀ, ਕਹਿੰਦੀ ਹੁੰਦੀ ਕੋਸ਼ਿਸ਼ ਗੱਲ ਤੁਰੇ ਤੇ ਸਹੀ ਘੱਟੋ ਘੱਟ। ਬਿਲਕੁਲ ਜੀ, ਤੁਰਨਾ ਚਾਹੀਦਾ ਤੁਰਨੀ ਜੇ ਚੱਲੇ ਤਾਂ ਫਿਰ ਬਹੁਤ ਵਧੀਆ ਸਕੀਮ ਆ ਜੀ ਇਹ ਵੀ, ਕਿਉਂਕਿ ਦੇਸੀ ਨਸਲ ਦੀਆਂ ਜਿਹੜੇ ਪਸ਼ੂ ਨੇ ਉਹਨਾਂ ਦੇ 'ਚ ਗੁਣ ਬਹੁਤ ਨੇ। ਪਰ ਜਦੋਂ ਅਸੀਂ ਖਰਚੇ ਦੇ ਵਿੱਚ ਆ ਜਾਂਦੇ ਆ ਨਾ ਤਾਂ ਉੱਥੇ ਫਿਰ ਮਾਰ ਖਾ ਜਾਂਦੇ। ਅੱਛਾ, ਆਪਾਂ ਤਰੀਕਿਆਂ ਦੀ ਗੱਲ ਕਰ ਰਹੇ ਸੀ। ਚੱਲਦੀ ਪਈ ਤਰੀਕਿਆਂ ਦੀ। ਹਾਂਜੀ, ਆਪਾਂ ਗੱਲ ਕਰ ਰਹੇ ਸੀ ਤਰੀਕਿਆਂ ਦੀ ਜੀ। ਉਹਦੇ ਵਿੱਚ ਦੋ ਤਰੀਕੇ ਹੀ ਨੇ ਜੀ ਮੋਟੇ ਜਿਹੇ ਤੌਰ ਤੇ। ਇੱਕ ਤਾਂ ਹੁੰਦਾ ਵੀ ਆਪਾਂ ਘਰੇ ਸਾਨ ਰੱਖ ਲਿਆ, ਉਹਦਾ ਹੀ ਕੱਟਾ ਆਪਾਂ ਘਰੇ ਰੱਖ ਲੈਂਦੇ ਆ ਜੀ। ਇਹਨੂੰ ਕਹਿੰਦੇ ਨੇ ਇਨਬਰੀਡਿੰਗ। ਇਨਬਰੀਡਿੰਗ, ਹਾਂਜੀ ਜੀ। ਇਹ ਇਨਬਰੀਡਿੰਗ ਪਸ਼ੂਆਂ 'ਚ ਨਹੀਂ ਹੋਣੀ ਚਾਹੀਦੀ। ਮਤਲਬ ਇਨਬਰੀਡਿੰਗ ਦਾ ਮਤਲਬ ਹੁੰਦਾ ਵੀ ਇੱਕੋ ਹੀ ਪਰਿਵਾਰ ਦੇ ਵਿੱਚ ਬਾਰ-ਬਾਰ ਨਸਲ ਕਸੀ ਕਰੀ ਆਸ ਕਰਾਈ ਜਾਣੇ ਸਰ। ਹਾਂਜੀ ਜੀ। ਉਹਨੂੰ ਕਹਿੰਦੇ ਨੇ ਇਨਬਰੀਡਿੰਗ। ਇਹਦੇ ਨਾਲ ਜਿਹੜੇ ਪਸ਼ੂ ਦਾ ਨੁਕਸਾਨ ਹੁੰਦਾ, ਇਹ ਨਹੀਂ ਹੋਣੀ ਚਾਹੀਦੀ। ਦੂਸਰਾ ਤਰੀਕਾ ਹੈਗਾ ਆਊਟ ਕ੍ਰਾਸਿੰਗ, ਉਹਨੂੰ ਕਹਿੰਦੇ ਨੇ ਆਊਟ ਕ੍ਰਾਸਿੰਗ। ਹਾਂਜੀ, ਮਤਲਬ ਕੀ ਵੀ ਉਹੋ ਜਿਹੇ ਮੱਝ ਹੈ ਤੁਹਾਡੇ ਕੋਲੇ, ਉਹਨੂੰ ਇਹੋ ਜਿਹੇ ਝੋਟੇ ਤੋਂ ਆਸ ਲਵਾਉਣਾ ਜਿਹਦਾ 5-6 ਪੁਸ਼ਤਾਂ ਤੱਕ ਇੱਕ ਦੂਜੇ ਨਾਲ ਖੂਨ ਦਾ ਰਿਸ਼ਤਾ ਨਹੀਂ ਹੈਗਾ, ਨਾ ਹੋਵੇ। ਹਾਂਜੀ ਜੀ। ਇਸ ਆਊਟ ਕ੍ਰਾਸਿੰਗ ਨੂੰ ਫਿਰ ਅੱਗੇ ਅਸੀਂ 3 ਹਿੱਸਿਆਂ 'ਚ ਵੰਡ ਲੈਂਦੇ ਹਾਂ, ਕਿਉਂਕਿ ਇੱਕ ਹੁੰਦੀ ਅਪਗ੍ਰੇਡਿੰਗ। ਅਪਗ੍ਰੇਡ ਦਾ ਮਤਲਬ ਵੀ ਉਹਦੀ ਅਸੀਂ ਜਿਹੜੀ ਸਾਡੀ ਆ ਇੱਕ ਗਾਂ ਹੈਗੀ ਆ ਇਹਨੂੰ ਅਸੀਂ ਉੱਪਰ ਲਿਜਾਣਾ। ਹੁਣ ਕਿਉਂਕਿ ਜਿਹੜੀਆਂ ਦੇਸੀ ਨਸਲਾਂ ਨੇ ਇਹਨਾਂ ਦੇ ਵਿੱਚ ਦੁੱਧ ਪੈਦਾ ਕਰਨ ਦੀ ਸਮਰੱਥਾ ਜਿਹੜੀ ਆ ਉਹ ਘੱਟ ਆ ਜੀ, ਜਦੋਂ ਕਿ ਇਹਨਾਂ ਦੇ ਨਾਲੋਂ ਜਿਹੜੀਆਂ ਬਲੈਤੀ ਨਸਲਾਂ ਨੇ, ਵਿਦੇਸ਼ੀ ਨਸਲਾਂ ਨੇ, ਉਹਨਾਂ ਦੇ ਵਿੱਚ 5-6 ਗੁਣਾ ਵੱਧ ਆ ਦੁੱਧ ਪੈਦਾ ਕਰਨ ਦੀ ਤਾਕਤ। ਉਹਦੇ 'ਚ ਇਹ ਹੁੰਦਾ ਵੀ ਅਸੀਂ ਇੱਕ ਦੇਸੀ ਨਸਲ ਦੀ ਗਾਂ ਜਿਹਦਾ ਕੋਈ ਤੁਹਾਡੇ ਕੋਲ ਰਿਕਾਰਡ ਵੀ ਨਹੀਂ ਹੈਗਾ ਵੀ ਕਿਹੜੀ ਨਸਲ ਆ, ਕਿਉਂਕਿ ਆਪਣੇ ਬਹੁਤੀਆਂ ਨਸਲਾਂ ਪਿਓਰ ਬਹੁਤ ਘੱਟ ਮਿਲਦੀਆਂ ਨੇ। ਜੀ ਜੀ। ਉਹਨੂੰ ਅਸੀਂ ਵਿਦੇਸ਼ੀ ਨਸਲ ਦੇ ਨਾਲ ਸਾਂਝ ਨਾਲ ਆਸ ਲਵਾ ਲਿਆ, ਫਿਰ ਦੁਬਾਰੇ ਉਹਦੀ ਬੱਚੀਆਂ ਨੂੰ ਫਿਰ ਲਵਾ ਲਿਆ। 7-8 ਪੁਸ਼ਤਾਂ ਤੋਂ ਬਾਅਦ ਉਹਦੇ 'ਚ ਵਿਦੇਸ਼ੀ ਨਸਲ ਦੇ ਗੁਣ ਆ ਜਾਂਦੇ ਨੇ, ਉਹਦੇ ਨਾਲ ਦੁੱਧ ਦੀ ਪੈਦਾਵਾਰ ਵੱਧਦੀ ਆ ਜੀ। ਪਰ ਹੁਣ ਵਿਗਿਆਨਕ ਇਹ ਕਹਿੰਦੇ ਨੇ ਕਿਉਂਕਿ ਸਾਡੇ ਮੌਸਮ ਦੇ ਵਿੱਚ ਤੇ ਜਿਹੜਾ ਵਿਦੇਸ਼ ਠੰਡੇ ਮੁਲਕ ਨੇ, ਬੜੇ ਵਿਕਸਿਤ ਦੇਸ਼ ਨੇ, ਉਹਨਾਂ ਦੇ ਮੌਸਮ ਦੇ ਵਿੱਚ ਫਰਕ ਆ ਬਹੁਤ। ਉੱਥੇ ਠੰਡ ਬਹੁਤ ਜ਼ਿਆਦਾ ਹੁੰਦੀ ਆ, ਆਪਣੇ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਜੀ। ਤੇ ਉਹ ਜਿਹੜੀਆਂ ਗਾਈਆਂ ਨੇ ਉਹਨਾਂ ਦੇ ਵਿੱਚ ਗਰਮੀ ਨੂੰ ਸਹਿਣ ਦੀ ਤਾਕਤ ਨਹੀਂ ਹੁੰਦੀ। ਉਹ ਫਿਰ ਉਹ ਜਦੋਂ ਇੱਥੇ ਆਉਂਦੀਆਂ ਨੇ ਉਹਨਾਂ ਨੂੰ ਗਰਮੀ ਜ਼ਿਆਦਾ ਲੱਗਦੀ ਆ ਤੇ ਉਹ ਗਰਮੀ ਦਾ ਤਣਾਅ ਹੋ ਜਾਂਦਾ, ਉਹਦੇ ਤੇ ਸਟ੍ਰੈਸ ਪੈ ਜਾਂਦੀ ਹੈ, ਹੀਟ ਸਟ੍ਰੈਸ ਆਪਾਂ ਉਹਨੂੰ ਕਹਿੰਦੇ ਆ। ਜੀ ਜੀ। ਉਹਦੇ ਨਾਲ ਖੁਰਾਕ ਵੀ ਛੱਡ ਦਿੰਦੀਆਂ ਨੇ, ਬਿਮਾਰੀਆਂ ਵੀ ਜ਼ਿਆਦਾ ਲੱਗ ਜਾਂਦੀਆਂ ਨੇ, ਕਮਜ਼ੋਰ ਹੋ ਜਾਂਦੀਆਂ ਨੇ, ਦੁੱਧ ਵੀ ਘਟ ਜਾਂਦੀਆਂ ਨੇ। ਜੀ। ਦੂਸਰਾ ਉਹਨਾਂ 'ਚ ਆਪਣੀਆਂ ਜਿਹੜੀਆਂ ਇੱਥੋਂ ਦੀਆਂ ਬਿਮਾਰੀਆਂ ਨੇ ਉਹਨਾਂ ਨੂੰ ਸਹਿਣ ਕਰਨ ਦੀ ਤਾਕਤ ਨਹੀਂ ਹੈਗੀ, ਉਹ ਵੀ ਘਟ ਜਾਂਦੀ ਹੈ। ਘਟ ਜਾਂਦੀ, ਉਹ ਘਟ ਗਈ। ਫਿਰ ਉਹਨੂੰ ਬਿਮਾਰੀਆਂ ਜ਼ਿਆਦਾ ਲੱਗੇ, ਫਿਰ ਦੁੱਧ ਵੀ ਘਟ ਗਿਆ, ਬਿਮਾਰੀਆਂ। ਉਹ ਸਾਨੂੰ ਫਾਇਦੇ ਦੀ ਬਜਾਏ ਨੁਕਸਾਨ ਚਲਾ ਜਾਂਦਾ। ਅੱਛਾ ਡਾਕਟਰ ਸਾਹਿਬ, ਇੱਕ ਫੋਨ ਕਾਲ ਹੋਰ ਆ ਗਈ ਆ, ਆਪਾਂ ਗੱਲਬਾਤ ਜਾਰੀ ਰੱਖਦੇ ਹਾਂ। ਹੈਲੋ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਕੌਣ ਬੋਲਦੇ ਹੋ ਤੇ ਕੀ ਸਵਾਲ ਹੈ ਜੀ ਤੁਹਾਡਾ? ਅਸੀਂ ਜੀ ਪਿੰਡ ਅਸਮ ਤੋਂ ਬੋਲਦੇ ਹਾਂ ਜੀ, ਜ਼ਿਲ੍ਹਾ ਮੁਕਤਸਰ ਸਾਹਿਬ ਤੋਂ। ਜੀ, ਕੀ ਸਵਾਲ ਕੀ ਹੈ ਜੀ? ਸਾਡੇ ਕੋਲ ਜੀ ਨਸਲ ਦੀਆਂ ਵੱਛੀਆਂ ਜਰਸੀ,
ਨਸਲੀਆਂ ਬੱਚੀਆਂ ਕਾਸੀਆਂ ਤੋਂ ਰਾਜੀ ਨਹੀਂ ਹੋ ਰਹੀਆਂ, ਬੜਾ ਦਾਣਾ ਦੂਣਾ ਪਾ ਰਹੇ ਆ ਜੀ ਅਸੀਂ, ਉਹ ਬੜੀ ਖੁਰਾਕ ਪਾ ਰਹੇ ਆ, ਰਾਜੀ ਨਹੀਂ ਹੋ ਰਹੀ। ਖੁਰਾਕ ਚੰਗੀ ਪਾ ਰਹੇ ਆ ਪਰ ਰਾਜੀ ਹੋ ਨਹੀਂ ਰਹੀਆਂ ਜੀ। ਉਹਨਾਂ ਨੂੰ ਤੁਸੀਂ ਮਲੱਪ ਰਹਿਤ ਕੀਤਾ ਜੀ? ਜੀ ਤੁਸੀਂ ਡੀਵਰਮਿੰਗ ਦਾ ਦੱਸ ਦਿਓ ਜੀ ਇਹਨਾਂ ਨੂੰ। ਮਲਾਪਰਿਆਤ ਕਰਨਾ ਜ਼ਰੂਰੀ ਹੈ, ਕਿਉਂਕਿ ਇੱਕ ਤਾਂ ਦੋ ਗੱਲਾਂ ਦਾ ਧਿਆਨ ਰੱਖਿਆ ਕਰੋ ਵੀ ਜਦੋਂ ਤੁਹਾਡੀ ਗਾਂ ਜਾਂ ਮੱਝ ਸੂੰਦੀ ਆ, ਉਹਨੂੰ ਜਿਹੜਾ ਬੋਲਾ ਦੁੱਧ ਹੁੰਦਾ ਉਹ 2 ਘੰਟੇ ਦੇ ਵਿੱਚ ਵਿੱਚ ਪਿਆਉਣਾ। ਬੱਚੇ ਉਹਨੂੰ ਨੂੰ ਲੇਟ ਨਾ ਕਰੋ ਬੱਚੇ ਨੂੰ, ਕਿਉਂਕਿ ਬੱਚੇ ਉਹ ਜਿਹੜਾ ਬੋਲਾ ਦੁੱਧ ਆ ਪਹਿਲੇ ਡੰਗ ਦਾ ਖਾਸ ਕਰਕੇ, ਉਹਦੇ ਚ ਐਂਟੀਬਾਡੀਜ਼ ਬਹੁਤ ਹੁੰਦੀਆਂ ਨੇ, ਬਿਮਾਰੀਆਂ ਨਾਲ ਲੜਨ ਦੀ ਤਾਕਤ ਬਹੁਤ ਹੁੰਦੀ ਆ। ਉਹ 2 ਘੰਟੇ ਤੋਂ ਪਹਿਲਾਂ ਪਿਆਉਣਾ ਤੇ 3 ਮਹੀਨੇ ਤੱਕ ਤੁਹਾਡੇ ਪਸ਼ੂ ਨੂੰ ਕੋਈ ਬਿਮਾਰੀ ਨਹੀਂ ਲੱਗਣ ਦਿੰਦਾ ਉਹ। ਕੀ ਬਾਤ, ਦੇਖ ਲਓ। ਕਿਉਂਕਿ ਉਹਦੇ ਚ ਐਂਟੀਬਾਡੀਜ਼ ਬਹੁਤ ਹੁੰਦੀ। ਉਸ ਤੋਂ ਬਾਅਦ ਤੁਸੀਂ 3 ਜਾਂ 4 ਮਹੀਨੇ ਤੋਂ ਬਾਅਦ ਹੀ ਵੈਕਸੀਨੇਸ਼ਨ ਕਰਾ ਸਕਦੇ ਹੋ, ਤੋਂ ਪਹਿਲਾਂ ਵੈਕਸੀਨੇਸ਼ਨ ਬਣੀ ਹੁੰਦੀ, ਜੀ। ਕਿਉਂਕਿ ਇਹ ਜਿਹੜੀ ਵੈਕਸੀਨ ਆ ਉਹ ਸਾਰੀ ਉਹ ਮਾਂ ਦੇ ਦੁੱਧ ਦੇ ਵਿੱਚ ਹੁੰਦੀ ਆ, ਬੋਲੇ ਦੁੱਧ ਦੇ ਵਿੱਚ ਹੁੰਦੀ। ਕੀ ਬਾਤ। ਇੱਕ ਚੀਜ਼ ਦਾ ਤਾਂ ਇਹਦਾ ਖਿਆਲ ਕਰਨਾ। ਦੂਸਰਾ, ਇਹਨਾਂ ਕੱਟੀਆਂ ਬੱਚੀਆਂ ਨੂੰ ਡੀਵਰਮਿੰਗ ਕਰਨਾ ਜ਼ਰੂਰੀ ਆ, ਮਲੱਪ ਰਹਿਤ ਕਰਨਾ ਜ਼ਰੂਰੀ ਆ। ਇੱਕ ਤਾਂ ਜਦੋਂ ਉਹ 7 ਦਿਨ ਦੀ ਹੋ ਗਈ, 7 ਤੋਂ ਲੈ ਕੇ 10 ਦਿਨ ਦੇ ਅੰਦਰ ਅੰਦਰ ਉਹਨੂੰ ਮਲੱਪ ਰਹਿਤ ਕਰੋ, ਫਿਰ 10 ਦਿਨਾਂ ਬਾਅਦ ਫਿਰ ਕਰੋ, 10 ਦਿਨ ਬਾਅਦ ਫਿਰ 3 ਵਾਰ ਮਲੱਪ ਰਹਿਤ ਕਰਨ ਤੋਂ ਬਾਅਦ ਫਿਰ ਹਰ ਮਹੀਨੇ ਨੂੰ ਮਲੱਪ ਰਹਿਤ ਕਰਨਾ। ਕੋਈ ਦਵਾਈ ਨਹੀਂ ਡਾਕਟਰ ਸਾਹਿਬ ਇਹਦੇ ਵਾਸਤੇ? ਉਹਦੇ ਲਈ ਅਲੱਗ-ਅਲੱਗ ਦਵਾਈਆਂ ਆਉਂਦੀਆਂ ਨੇ ਜੀ, ਉਹਦੇ weight ਦੇ ਮੁਤਾਬਕ, ਭਾਰ ਦੇ ਮੁਤਾਬਕ ਹੁੰਦੀਆਂ। ਜਿੱਦਾਂ ਪਹਿਲੀ ਵਾਰੀ ਤੁਸੀਂ ਦੇਣੀ ਆ ਬਿਨਮੈਂਥ 1 ਆਉਂਦੀ ਆ, ਉਹ ਬਿਨਮੈਂਥ ਦੀ 1 ਗੋਲੀ ਦੇ ਦਿਓ। ਫਿਰ ਜਦੋਂ ਭਾਰ ਵੱਧ ਗਿਆ ਉਹਦੇ ਮੁਤਾਬਕ 2 ਗੋਲੀਆਂ ਵੀ ਦੇ ਸਕਦੇ ਆ, ਔਰ ਉਸ ਤੋਂ ਬਾਅਦ ਦਵਾਈ ਚੇਂਜ ਕਰਨੀ ਆ ਜ਼ਰੂਰ। ਹਾਂ, ਇੱਕੋ ਹੀ ਦਵਾਈ ਬਾਰ-ਬਾਰ ਨਹੀਂ ਦੇਣੀ, ਕਿਉਂਕਿ ਉਹਦੇ ਨਾਲ ਘਰ ਕਰ ਜਾਂਦੀ ਆ ਤੇ ਉਹ ਮਤਲਬ ਨੂੰ ਆਦਤ ਪੈ ਜਾਂਦੀ ਹੈ ਜੀ, ਆਦਤ ਪੈ, ਉਹ ਕੀੜਿਆਂ ਦੀ ਖੁਰਾਕ ਬਣ ਜਾਂਦੀ ਆ, ਫਿਰ ਕੀੜੇ ਮਰਦੇ ਨਹੀਂ ਪੂਰੇ। ਇਹ 3 ਵਾਰ ਅਸੀਂ ਇਸ ਕਰਕੇ ਦਿੱਤੀ ਆ ਕਿਉਂਕਿ ਪਹਿਲਾਂ ਜਿਹੜੇ ਕੀੜੇ ਬਣ ਗਏ ਉਹ ਮਰ ਜਾਣਗੇ, ਪਰ ਆਂਡੇ ਤਾਂ ਵਿੱਚ ਹੈਗੇ ਨੇ। ਜਦ ਦੁਬਾਰੇ ਦਵਾਂਗੇ ਤੇ ਉਹ ਆਂਡੇ ਬੱਚੇ ਬਣੇ ਹੋਣਗੇ, ਉਹ ਮਰ ਜਾਣਗੇ। ਫਿਰ ਜੇ ਕਿਸੇ ਨੇ ਹੋਰ ਆਂਡੇ ਦਿੱਤੇ ਨਾ, ਤੀਜੀ ਵਾਰ 'ਚ ਉਹ ਖਤਮ ਹੋ ਜਾਣਗੇ, ਤੇ ਉਸ ਤੋਂ ਬਾਅਦ ਮਹੀਨੇ ਬਾਅਦ ਦੇਈ ਚਲੋ। ਜਦੋਂ 6 ਮਹੀਨੇ ਤੋਂ ਬਾਅਦ ਉਹਨੂੰ ਭਾਵੇਂ ਤੁਸੀਂ 3 ਮਹੀਨੇ, ਫਿਰ ਮਹੀਨੇ ਬਾਅਦ ਦੇਣੀ ਆ 6 ਮਹੀਨੇ ਤੱਕ, ਉਸ ਤੋਂ ਬਾਅਦ 3 ਮਹੀਨੇ ਬਾਅਦ ਦੇਈ ਚਲੋ, ਤੇ ਤੁਹਾਡੇ ਜਿਹੜੇ ਪਸ਼ੂਆਂ ਦੀ ਵਿਕਾਸ ਆ ਜਿਹੜਾ ਉਹ ਪੂਰਾ ਹੋਊਗਾ ਜੀ, ਅਗਰ ਖੁਰਾਕ ਤੁਹਾਡੀ ਵਧੀਆ ਦੇ ਰਹੇ। ਵਧੀਆ ਹੋਏਗੀ। ਅੱਛਾ ਡਾਕਟਰ ਸਾਹਿਬ, ਗੱਲ ਚੱਲਦੀ ਪਈ ਸੀ ਆਊਟ ਬਰੀਡਿੰਗ ਦੀ, ਤੁਸੀਂ ਕਰ ਰਹੇ ਸੀ। ਆਪਾਂ ਗੱਲ ਕਰ ਰਹੇ ਸੀ ਆਊਟ ਕਰਾਸਿੰਗ ਦੀ, ਅਪਗ੍ਰੇਡਿੰਗ ਦੀ ਆਪਾਂ ਗੱਲ ਕਰ ਚੁੱਕੇ ਹਾਂ ਵੀ ਜਦੋਂ ਇੱਕੋ ਹੀ ਨਹੀਂ, ਪਰ ਉਹਦੇ ਚ ਹੈਗਾ 50% ਤੋਂ ਜਦੋਂ 75 ਤੋਂ ਵੱਧ ਆ ਨਾ ਖੂਨ ਵਿਦੇਸੀ, ਉਹਦੇ ਨਾਲ ਫਿਰ ਸਮੱਸਿਆਵਾਂ ਆਉਣ ਲੱਗ ਜਾਂਦੀਆਂ ਨੇ ਜੀ। ਇਸ ਕਰਕੇ ਉਹ ਅੱਜ ਕੱਲ੍ਹ ਨਹੀਂ ਵਰਤਿਆ ਜਾਂਦਾ, ਅੱਜ ਕੱਲ੍ਹ ਚੱਲਦਾ ਕ੍ਰਾਸ ਬਰੀਡਿੰਗ। ਕ੍ਰਾਸ ਦਾ ਮਤਲਬ ਕਦੇ ਤੁਸੀਂ ਦੇਸੀ ਨੂੰ ਬਰੈਤੀ ਤੋਂ ਕਰਾ ਲਿਆ, ਫਿਰ ਉਹ ਦੁੱਧ ਵਧੂਗੀ, ਉਹਦੇ ਚ 50% ਗੁਣ ਆ ਜਾਣਗੇ, ਫਿਰ ਉਹਨੂੰ ਦੁਬਾਰੇ ਜੇ ਵਿਦੇਸੀ ਸਾਂਝ ਦਾ ਲਵਾਓਗੇ ਤਾਂ 25% ਹੋਣਗੇ ਦੇਸੀ ਦੇ ਰਹਿ ਜਾਣਗੇ, ਕਿਉਂਕਿ ਉਹਦੇ ਚ 50 ਨੇ, ਉਹ ਤੋਂ 50 ਚੋਂ 25 ਆ ਜਾਣੇ, ਤੇ ਉਧਰੋਂ 50 ਉਧਰੋਂ ਆ ਜਾਣੇ ਤੇ 25 ਇੱਧਰੋਂ ਆ ਜਾਣੇ, ਵਿਦੇਸੀ ਦੇ ਵਿੱਚ 75 ਹੋ ਜਾਣਗੇ। 75 ਹੋ ਜਾਣਗੇ, ਠੀਕ ਹੈ। ਫਿਰ ਉਹਨੂੰ 75 ਤੋਂ ਕੋਸ਼ਿਸ਼ ਕਰੋ ਵੀ ਨਾ ਵਧਣ ਦਿਓ, ਜੇ ਆਪਣਾ ਨਾਰਮਲ ਹੈ। ਜੇ ਫਾਰਮ ਤੁਹਾਡਾ ਵਧੀਆ ਮੇਨਟੇਨ ਕੀਤਾ ਹੋਇਆ, ਖੁਰਾਕ ਵਧੀਆ ਹੈਗੀ ਆ, ਹਵਾ ਹਰਾ ਰੱਖਿਆ ਹੋਇਆ, ਦਰਖਤ ਲਾਏ ਹੋਏ ਨੇ, ਸ਼ੈੱਡ ਵਧੀਆ ਬਣਾਏ, ਫਿਰ ਤਾਂ ਤੁਸੀਂ ਉਦੋਂ ਉੱਪਰ ਚੱਲ ਸਕਦੇ ਹੋ। ਲੇਕਿਨ ਜੇ ਫੋਗਿੰਗ ਸਿਸਟਮ ਨਹੀਂ ਲਾਇਆ ਹੋਇਆ, ਫਿਰ ਤੁਸੀਂ ਉਦੋਂ ਥੱਲੇ ਹੀ ਰੱਖੋ। ਫਿਰ ਕੀ ਆ ਵੀ ਉਦੋਂ ਵੱਧ ਜਿੰਨੀ ਤੁਹਾਡੀ ਬੱਚੀ ਦਾ ਦੁੱਧ ਆ, ਉਹਦੇ ਨਾਲੋਂ ਜ਼ਿਆਦਾ ਦੁੱਧ ਦੇ ਨਾਲੇ ਦੋਗਲੇ ਸਾਂਭ ਦਾ ਹੀ ਟੀਕਾ ਲਵਾ ਦਿਓ। ਸਭ ਤੋਂ ਵਧੀਆ ਤਰੀਕਾ ਇਹ ਆ, ਤਾਂ ਕਿ ਦੁੱਧ ਤੁਹਾਡਾ ਵੱਧਦਾ ਰਹੇ, ਬੱਚੀਆਂ ਚੰਗੀ ਨਸਲ ਦੀਆਂ ਪੈਦਾ ਹੋਣ, ਤੇ ਉਹਦੀ ਚੰਗੀ ਸਾਂਭ ਸੰਭਾਲ ਕਰਕੇ ਆਪਾਂ ਦੁੱਧ ਦੀ ਪੈਦਾਵਾਰ ਨੂੰ ਵਧਾ ਸਕਦੇ। ਅੱਛਾ ਡਾਕਟਰ ਸਾਹਿਬ, ਇੱਕ ਫੋਨ ਹੋਰ ਆ ਗਿਆ। ਅੱਛਾ, ਮੈਨੂੰ ਲੱਗਦਾ ਜੀ ਕੱਟਿਆ ਗਿਆ ਫੋਨ ਤਕਨੀਕੀ ਉਹਨਾਂ ਕੋਲੋਂ। ਅੱਛਾ ਜੀ ਡਾਕਟਰ ਸਾਹਿਬ ਨੇ ਇਹ ਗੱਲ ਕੁਐਸਚਨ ਹੋ ਰਿਹਾ ਆਪਣਾ ਥੋੜਾ ਜਿਹਾ, ਤੇ ਇੱਕ ਰਹਿ ਗਿਆ ਅਪ ਗ੍ਰੇਡਿੰਗ ਦੀ ਆਪਾਂ ਗੱਲ ਕੀਤੀ, ਇੱਕ ਹੁੰਦਾ ਆਊਟ ਬਰੀਡਿੰਗ। ਆਊਟ ਬਰੀਡਿੰਗ, ਹਾਂ, ਉਹਦਾ ਮਤਲਬ ਹੈਗਾ ਵੀ ਜਦੋਂ ਅਸੀਂ ਇੱਕੋ ਹੀ ਨਸਲ ਦੇ ਵਿੱਚ ਆਪਾਂ, ਜਿੱਦਾਂ ਮੱਝਾਂ ਦੀਆਂ ਨਸਲਾਂ, ਹੁਣ ਮੱਝਾਂ ਤਾਂ ਆਪਾਂ ਨੂੰ ਵਿਦੇਸੀ ਵਧੀਆ ਮਿਲਦੀ ਨਹੀਂ, ਸਭ ਤੋਂ ਵਧੀਆ ਨਸਲ ਦੀਆਂ ਮੱਝਾਂ ਆਪਣੇ ਕੋਈ ਨਹੀਂ, ਇਹਦੇ 'ਚ ਅਸੀਂ ਚੋਣਵੀ ਨਸਲ ਅਸੀਂ ਉਹ ਕਰ ਸਕਦੇ ਹਾਂ। ਉਹਦੇ 'ਚ ਹੁੰਦਾ ਵੀ ਜਦੋਂ ਮੱਝ ਜਾਂ ਝੋਟੇ ਦੇ ਵਿੱਚ 5-6 ਪੁਸ਼ਤਾਂ ਤੱਕ ਖੂਨ ਦਾ ਰਿਸ਼ਤਾ ਨਾ ਹੋਵੇ, ਉਹ ਕਰਾ ਲੈਣਾ ਚਾਹੀਦਾ ਜੀ। ਤੇ ਝੋਟਾ ਜਿਹੜਾ ਕੋਸ਼ਿਸ਼ ਇਹ ਕਰਨੀ ਚਾਹੀਦੀ ਵੀ ਜੇ ਤੁਸੀਂ ਵੈਸੇ ਤਾਂ AI ਕਰਾਓ, ਮਨਸੂਈ ਗਰਭਾਧਾਨ ਕਰਾਓ, ਠੀਕ ਹੈ। ਜੇ ਮਨਸੂਈ ਗਰਭਾਧਾਨ ਕਿਸੇ ਦੀ ਕੋਈ ਪਸ਼ੂ ਨਹੀਂ ਕਿਸੇ ਵੇਲੇ ਆਸ ਰਹਿੰਦਾ, ਤੁਸੀਂ ਆਪਣਾ ਝੋਟਾ ਵੀ ਰੱਖਣਾ ਚਾਹੁੰਦੇ ਹੋ ਤਾਂ ਰੱਖ ਸਕਦੇ ਹੋ, ਲੇਕਿਨ 3 ਸਾਲ ਤੋਂ ਬਾਅਦ ਝੋਟਾ ਬਦਲ ਦਿਆ ਕਰੋ ਜੀ, ਤਾਂ ਕਿ ਇਨਬਰੀਡਿੰਗ ਨਾ ਹੋਵੇ, ਕਿਉਂਕਿ ਇਨਬਰੀਡਿੰਗ ਜਿਹੜੀ ਆ ਉਹ ਨਸਲ ਨੂੰ ਵਧੀਆ ਬਣਾਉਣ ਦੀ ਬਜਾਏ ਖਰਾਬ ਕਰਦੀ ਹੈ ਜੀ। ਬਿਲਕੁਲ ਗੱਲ ਤੁਹਾਡੀ ਸਹੀ ਆ। ਸੋ ਗੱਲ ਇਹ ਆ ਜੀ, ਤਰੀਕੇ ਹੈਗੇ ਆ ਸਾਡੇ ਕੋਲ ਨਸਲ ਸੁਧਾਰ ਦੇ, ਸਾਨੂੰ ਇਹਦਾ ਤੇ ਔਰ ਇਨਬਰੀਡਿੰਗ ਜਿਹੜੀ ਹੈ ਉਹ ਨਹੀਂ ਕਰਾਉਣੀ ਚਾਹੀਦੀ, ਜਿੰਨਾ ਬਚੋ ਉਹਨਾਂ ਹੀ ਵਧੀਆ, ਰਿਕਾਰਡ ਰੱਖੋ। ਅੱਛਾ, ਗੱਲ ਇਹ ਆ ਕਿ ਤਾਪਮਾਨ ਸਾਡੇ ਮੌਸਮ ਵਾਲਿਆਂ ਨੇ ਭੇਜਿਆ, ਇਹ ਵੀ ਦੱਸਣਾ ਬਹੁਤ ਲਾਜ਼ਮੀ ਹੈ ਜੀ। ਤਾਪਮਾਨ ਜਿਹੜਾ ਜੀ ਪਿਛਲੇ 24 ਘੰਟਿਆਂ 'ਚ ਸਾਡੇ ਚੰਡੀਗੜ੍ਹ 'ਚ ਵੱਧ ਤੋਂ ਵੱਧ 40 ਡਿਗਰੀ ਸੈਲਸੀਅਸ ਰਿਹਾ ਜੀ, ਤੇ ਘੱਟ ਤੋਂ ਘੱਟ 21.6 ਜੀ ਮਿੱਠਾ ਸਿੰਘ। ਅੰਮ੍ਰਿਤਸਰ 'ਚ 39.9 ਤੇ 21.6,
ਲੁਧਿਆਣਾ 'ਚ 40.3 ਵੱਧ ਤੋਂ ਵੱਧ ਤੇ 22.3 ਡਿਗਰੀ ਸੈਲਸੀਅਸ ਘੱਟ ਤੋਂ ਘੱਟ, ਪਟਿਆਲਾ 'ਚ 40.2 ਵੱਧ ਤੋਂ ਵੱਧ ਤੇ 22.7 ਘੱਟ ਤੋਂ ਘੱਟ, ਬਠਿੰਡਾ 'ਚ ਤਾਪਮਾਨ ਰਿਹਾ ਜੀ 39.5 ਤੇ 23 ਡਿਗਰੀ ਸੈਲਸੀਅਸ, ਫਰੀਦਕੋਟ 'ਚ 39.5 ਤੇ 22.6 ਡਿਗਰੀ ਸੈਲਸੀਅਸ। ਜੀ। ਤੇ ਇਹਨਾਂ ਨੇ ਦੱਸਿਆ ਵੀ ਆਉਣ ਵਾਲੇ 24 ਘੰਟਿਆਂ 'ਚ ਜਿਹੜਾ ਮੌਸਮ ਆ ਇਹ ਖੁਸ਼ਕ ਰਹਿਣ ਦੀ ਸੰਭਾਵਨਾ ਆ, ਜੀ। ਕੋਈ ਖਾਸ ਫੇਰ ਬਦਲ ਨਹੀਂ ਹੋਏਗਾ। ਕਿਸਾਨ ਵੀਰੋ ਤੇ ਭੈਣੋ, ਤੁਸੀਂ ਜੇ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਸੁਝਾਅ ਦੇਣਾ ਚਾਹੁੰਦੇ ਹੋ, ਸਾਨੂੰ ਖਤ ਲਿਖ ਸਕਦੇ ਹੋ, ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਹੋ। ਖਤ ਲਿਖਣ ਲਈ ਸਾਡਾ ਪਤਾ ਜਿਹੜਾ ਉਹ ਨੋਟ ਕਰ ਲਓ। ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ, ਡੀਡੀ ਪੰਜਾਬੀ, ਦੂਰਦਰਸ਼ਨ ਕੇਂਦਰ, ਭਗਵਾਨ ਮਹਾਵੀਰ ਮਾਰਗ, ਜਲੰਧਰ, ਪਿੰਨ ਕੋਡ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com। ਕਿਸਾਨ ਵੀਰੋ ਤੇ ਭੈਣੋ, ਹੱਸਦੇ ਰਹੋ, ਵਸਦੇ ਰਹੋ, ਕੰਮ ਕਰੋ, ਮਿਹਨਤ ਕਰੋ। ਥੋੜ੍ਹਾ ਜਿਹਾ ਅੱਜ ਕੱਲ੍ਹ ਜਿਵੇਂ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ ਵੀ ਮਾਹੌਲ ਠੀਕ ਨਹੀਂ ਹੈਗਾ, ਕਰੋਨਾ ਜਿਹੜਾ ਉਹ ਚੱਲ ਰਿਹਾ, ਮਹਾਮਾਰੀ ਚੱਲ ਰਹੀ ਆ, ਬਸ ਘਰੋਂ ਜਦੋਂ ਬਾਹਰ ਜਾਓ ਤੇ ਮਾਸਕ ਪਾ ਕੇ ਜਾਓ, ਬਾਹਰ ਸਮਾਜਿਕ ਦੂਰੀ ਆਪਸ ਦੇ ਵਿੱਚ ਬਣਾ ਕੇ ਰੱਖੋ। ਜਦੋਂ ਘਰ ਵਾਪਸ ਆਉਂਦੇ ਆ ਸਭ ਨਾਲ ਚੰਗੀ ਤਰ੍ਹਾਂ ਆਪਣੇ ਹੱਥ ਧੋਵੋ, ਸੈਨੀਟਾਈਜ਼ ਵੀ ਕਰ ਸਕਦੇ ਆ ਆਪਣੇ ਹੱਥ। ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ। ਵੇਖਦੇ ਰਹੋ ਡੀਡੀ ਪੰਜਾਬੀ। ਤੇ ਹੁਣ ਸਾਨੂੰ ਇਜਾਜ਼ਤ ਦਿਓ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ। ਜੈ ਹਿੰਦ ਜੀ। ਜੈ ਹਿੰਦ ਜੀ। ਜੈ ਹਿੰਦ।